ਇਕ ਮਨ ਪੁਰਖ ਧਿਆਏ ਬਰ ਦਾਤਾ। ਸੰਤ ਸਹਾਰ ਸਦਾ ਬਖਿਆਤਾ। ਤਾਸ ਚਰਨ ਲੈ ਹਿਰਦੈ ਬਸਾਵ। ਤੋ ਪਰਮ ਗੁਰੂ ਨਾਨਕ ਗੁਣ ਗਾਵੋ। ਸਤਨਾਮ। ਧੰਨ ਵਾਹਿਗੁਰੂ ਸਾਹਿਬ ਜੀਓ। ਪੌੜੀ। ਆਪੇ ਜਗਤ ਉਪਾਇਕਾ। ਗੁਣ ਔਗਣ ਕਰੇ ਵਿਚਾਰ। ਤ੍ਰੈ ਗੁਣ ਸਰਬ ਜੰਜਾਲ ਹੈ। ਨਾਮ ਨਾ ਧਰੇ ਪਿਆਰ। ਆਪੇ ਜਗਤ ਉਪਾਇਕਾ। ਗੁਣ ਔਗਣ ਕਰੇ ਵਿਚਾਰ। ਤ੍ਰੈ ਗੁਣ ਸਰਬ ਜੰਜਾਲ ਹੈ। ਨਾਮ ਨਾ ਧਰੇ ਪਿਆਰ। ਗੁਣ ਛੋੜ ਔਗਣ ਕਮਾਵਦੇ। ਦਰਗਹ ਹੋਏ ਖੁਆਰ। ਜੁਐ ਜਨਮ ਤਿਨੀ ਹਾਰਿਆ। ਕਿਤ ਆਏ ਸੰਸਾਰ। ਸੱਚਾ ਸ਼ਬਦ ਮਨ ਮਾਰਿਆ। ਅਹਨਿਸ ਨਾਮ ਪਿਆਰ। ਜਿਨੀ ਪੁਰਖੀ ਉਰ ਧਾਰਿਆ। ਸੱਚਾ ਅਲਖ ਅਪਾਰ। ਤੂੰ ਗੁਣ ਦਾਤਾ ਨਿਧਾਨ ਹੈ। ਅਸੀਂ ਅਵਗੁਣਿਆਰ। ਜਿਸ ਬਖਸ਼ੇ ਸੋ ਪਾਏ ਸੀ। ਗੁਰ ਸ਼ਬਦੀ ਵਿਚਾਰ। ਤੂੰ ਗੁਣ ਦਾਤਾ ਨਿਧਾਨ ਹੈ। ਅਸੀਂ ਅਵਗੁਣਿਆਰ। ਜਿਸ ਬਖਸ਼ੇ ਸੋ ਪਾਏ ਸੀ। ਗੁਰ ਸ਼ਬਦੀ ਵਿਚਾਰ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਧੰਨ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਸੁਭਾਏਮਾਨ ਗੁਰੂ ਸਵਾਰੇ ਸਤ ਸੰਗੀ ਜਨੋ। ਧੰਨ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਰਹਿਮਤ ਬਖਸ਼ਿਸ਼ ਹੋਈ ਹੈ। ਸ਼ਾਮਾਂ ਦੇ ਸੁੰਦਰ ਦੀਵਾਨ ਸਜੇ ਹਨ, ਜਿਸ ਵਿੱਚ ਸੁਖਮਨੀ ਸਾਹਿਬ ਜੀ ਦੇ ਪਾਠ, ਸੋਦਰ ਰਹਿਰਾਸ ਸਾਹਿਬ ਜੀ ਦੇ ਪਾਠ ਹੋਏ ਤੇ ਗੁਰੂ ਕੀ ਇਲਾਹੀ ਬਾਣੀ ਦਾ ਕੀਰਤਨ ਆਪ ਜੀਆਂ ਨੇ ਹੁਣੇ ਸਰਵਣ ਕੀਤਾ ਹੈ। ਭਾਈ ਅਸ਼ੋਕ ਸਿੰਘ ਜੀ ਗੰਗਾ ਨਗਰ ਵਾਲੇ, ਉਹਨਾਂ ਦੇ ਰਾਗੀ ਜਥੇ ਪਾਸੋਂ। ਉਪਰੰਤ ਆਪ ਜੀਆਂ ਨੇ ਚੱਲ ਰਹੀ ਲੜੀਵਾਰ ਸ਼ਬਦ ਦੀ ਵਿਚਾਰ ਵਿੱਚ ਧੰਨ ਸ਼੍ਰੀ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਪਾਵਨ ਪਵਿੱਤਰ ਬਾਣੀ
ਮਲਾਹ ਰਾਗ ਦੀ ਵਾਰ ਵਿੱਚ ਜੋ ਸਤਿਗੁਰਾਂ ਨੇ ਬਖਸ਼ਿਸ਼ ਕੀਤੀ ਹੈ, ਪੌੜੀ ਦਾ ਪਾਠ ਆਪ ਜੀਆਂ ਨੇ ਸਰਵਣ ਕੀਤਾ ਹੈ। ਧੰਨ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਆਪ ਹੀ ਮਤ ਬੁੱਧ ਬਖਸ਼ਿਸ਼ ਕਰਕੇ ਪਾਵਨ ਪਵਿੱਤਰ ਸ਼ਬਦ ਦੀ ਵਿਚਾਰ ਕਰਵਾ ਲੈਣ। ਕਰੋ ਕਿਰਪਾ ਸਾਧ ਸੰਗਤ, ਮਨ ਦਾ ਟਿਕਾਓ ਇਕਾਗਰਤਾ ਦੀ ਦਾਤ ਸਤਿਗੁਰੂ ਬਖਸ਼ਿਸ਼ ਕਰਨ। ਪਿਆਰ ਸਹਿਤ ਉਚਾਰਨ ਕਰੀਏ ਜੀ। ਸਤਨਾਮ ਸ਼੍ਰੀ ਵਾਹਿਗੁਰੂ ਜੀ, ਸਤਨਾਮ ਸ਼੍ਰੀ ਵਾਹਿਗੁਰੂ ਜੀ। ਸਤਿਗੁਰੂ ਧੰਨ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਅੱਜ ਦੀ ਇਸ ਪਾਵਨ ਪਵਿੱਤਰ ਪੌੜੀ ਵਿੱਚ ਜੋ ਬਖਸ਼ਿਸ਼ ਕੀਤੀ ਹੈ, ਇਸ ਪੌੜੀ ਦੇ ਨਾਲ 2 ਸ਼ਲੋਕ ਸਨ ਧੰਨ ਗੁਰੂ ਅਮਰਦਾਸ ਮਹਾਰਾਜ ਜੀ ਦੇ, ਜਿਨ੍ਹਾਂ ਦੀ ਵਿਚਾਰ ਆਪਾਂ ਕੱਲ੍ਹ ਕੀਤੀ ਹੈ। ਉਹ ਵੀ ਇਸ ਪੌੜੀ ਦੇ ਨਾਲ ਰਲਦੇ ਸ਼ਲੋਕ ਸਨ, ਜਿਨ੍ਹਾਂ ਵਿੱਚ ਧੰਨ ਗੁਰੂ ਅਮਰਦਾਸ ਮਹਾਰਾਜ ਜੀ ਕਹਿ ਰਹੇ ਸਨ ਕਿ ਹੇ ਜੀਵ ਰੂਪੀ ਪਪੀਹੇ, ਤੂੰ ਗੁਨਾਹ ਕਰਕੇ ਪ੍ਰਭੂ ਦੇ ਨੇੜੇ ਹੁੰਦਾ ਹੈ, ਔਗੁਣਾ ਕਰਕੇ ਪਰਮਾਤਮਾ ਤੋਂ ਜੀਵ ਦੂਰ ਹੁੰਦਾ ਹੈ। ਧੰਨ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਵੀ ਅੱਜ ਦੇ ਪਾਵਨ ਪਵਿੱਤਰ ਸ਼ਬਦ ਵਿੱਚ ਕਹਿ ਰਹੇ ਨੇ ਕਿ ਜਗਤ ਵਿੱਚ ਜੀਵ ਚੰਗੇ ਮੰਦੇ ਜੋ ਵੀ ਕਰਮ ਕਰਦਾ ਹੈ, ਉਹਦੀ ਵਿਚਾਰ ਪ੍ਰਭੂ ਦੇ ਦਰਬਾਰ ਵਿੱਚ ਹੁੰਦੀ ਹੈ। ਤੇ ਜੀਵ ਤਿੰਨਾਂ ਗੁਣਾਂ ਦੇ ਅੰਦਰ ਰਜੋ ਤਮੋ ਸਤੋ ਗੁਣ ਜਿਹੜੇ ਹਨ, ਜੋ ਪ੍ਰਭੂ ਦੇ ਹੀ ਪੈਦਾ ਕੀਤੇ ਨੇ, ਇਹਨਾਂ ਦੇ ਵਿੱਚ ਜੀਵ ਫਸ ਕੇ ਪਰਮਾਤਮਾ ਨੂੰ ਭੁੱਲ ਜਾਂਦਾ ਹੈ। ਤੇ ਸਾਹਿਬ ਕਹਿੰਦੇ ਨੇ ਔਗਣ ਇਕੱਠੇ ਕਰੀ ਜਾਂਦਾ ਹੈ, ਗੁਣ ਛੱਡੀ ਜਾਂਦਾ ਹੈ, ਜਿਹਦਾ ਕਰਕੇ ਪ੍ਰਭੂ ਦੇ ਦਰਬਾਰ ਵਿੱਚ ਫਿਰ ਇਹਨੂੰ ਖੁਆਰ ਹੋਣਾ ਪੈਂਦਾ ਹੈ, ਪ੍ਰਭੂ ਦੇ ਦਰਬਾਰ ਵਿੱਚ ਇਸ ਨੂੰ ਸ਼ਰਮਿੰਦਿਆਂ ਹੋਣਾ ਪੈਂਦਾ ਹੈ। ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਕਹਿੰਦੇ ਨੇ, ਜਿਨ੍ਹਾਂ ਨੇ ਸੱਚੇ ਸ਼ਬਦ ਵਿੱਚ ਆਪਣੇ ਮਨ ਨੂੰ ਮਾਰ ਲਿਆ ਹੈ, ਭਾਵ ਕਿ ਜਿਨ੍ਹਾਂ ਨੇ ਸੱਚੇ ਸ਼ਬਦ ਰਾਹੀਂ ਮਨ ਨੂੰ ਵਸ ਵਿੱਚ ਕਰ ਲਿਆ ਹੈ, ਉਹ ਜੀਵ ਇਹਨਾਂ ਔਗਣਾਂ ਤੋਂ ਬਚ ਗਏ। ਉਹਨਾਂ ਨੇ ਗੁਣ ਨਿਧਾਨ ਦਾਤੇ ਕੋਲੋਂ ਗੁਣ ਲੈ ਲਏ ਤੇ ਪ੍ਰਭੂ ਦੇ ਦਰਬਾਰ ਵਿੱਚ ਉਹ ਇੱਜ਼ਤ ਮਾਨ ਪ੍ਰਾਪਤ ਕਰ ਗਏ। ਅੱਜ ਦੇ ਸ਼ਬਦ ਵੀ ਧੰਨ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਇਹ ਵਿਚਾਰ ਬਖਸ਼ਿਸ਼ ਕੀਤੇ ਹਨ। ਆਓ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਵਿੱਚੋਂ ਅਸੀਂ ਹੋਰ ਵੀ ਕੁਝ ਸਮਝਣ ਦੀ ਕੋਸ਼ਿਸ਼ ਕਰੀਏ। ਸਤਿਗੁਰੂ ਗਰੀਬ ਨਿਵਾਜ ਪਾਤਸ਼ਾਹ ਮਹਾਰਾਜ ਜੀ ਦੀ ਬਾਣੀ ਵਿੱਚ ਭਗਤ ਕਬੀਰ ਸਾਹਿਬ ਜੀ ਕਹਿੰਦੇ ਨੇ ਕਿ ਜੇ ਕੋਈ ਇਨਸਾਨ ਇਹ ਗੱਲ ਕਹਿੰਦਾ ਹੈ ਕਿ ਮੈਨੂੰ ਚੰਗੇ ਤੇ ਮੰਦੇ ਕੰਮਾਂ ਦਾ ਪਤਾ ਨਹੀਂ ਹੈ, ਤੇ ਭਗਤ ਕਬੀਰ ਸਾਹਿਬ ਜੀ ਇਹ ਗੱਲ ਮੰਨਣ ਨੂੰ ਤਿਆਰ ਨਹੀਂ ਹਨ। ਉਹ ਕਹਿੰਦੇ ਕਿਵੇਂ ਹੋ ਸਕਦਾ ਹੈ ਕਿ ਪ੍ਰਭੂ ਪਰਮਾਤਮਾ ਨੇ ਜਿਹੜੀ ਜੀਵ ਨੂੰ ਬੁੱਧ ਦਿੱਤੀ ਹੈ, ਅਕਲ ਦਿੱਤੀ ਹੈ, ਦਿਮਾਗ ਦਿੱਤਾ ਹੈ, ਸੋਚ ਦਿੱਤੀ ਹੈ, ਸੁਰਤ ਦਿੱਤੀ ਹੈ, ਇਹ ਵਾਹਿਗੁਰੂ ਨੇ ਜਿਹੜੀ ਬਖਸ਼ਿਸ਼ ਕਰਕੇ ਜੀਵ ਨੂੰ ਮਤ ਬੁੱਧ ਅਕਲ ਦਿੱਤੀ ਹੈ, ਤੇ ਇਹ ਹੁੰਦਿਆਂ ਹੋਇਆਂ ਕੋਈ ਜੀਵ ਇਹ ਕਵੇ ਕਿ ਮੈਨੂੰ ਤਾਂ ਜੀ ਪਤਾ ਹੀ ਨਹੀਂ ਹੈ ਕਿ ਚੰਗਾ ਤੇ ਮੰਦਾ ਕਰਮ ਕਿਹਨੂੰ ਕਹਿੰਦੇ ਹੈ। ਭਗਤ ਕਬੀਰ ਸਾਹਿਬ ਜੀ ਕਹਿੰਦੇ ਇਹ ਗੱਲ ਨਹੀਂ ਮੰਨੀ ਜਾ ਸਕਦੀ। ਫਿਰ ਉਹਨਾਂ ਨੇ ਆਪਣੇ ਸ਼ਲੋਕਾਂ ਵਿੱਚ ਕਿਹਾ ਹੈ, ਕਬੀਰ ਮਨ ਜਾਣੈ ਸਭ ਬਾਤ, ਜਾਣਤ ਹੀ ਔਗਣ ਕਰੈ। ਭਗਤ ਕਬੀਰ ਸਾਹਿਬ ਕਹਿੰਦੇ ਮਨ ਸਾਰੀ ਗੱਲ ਨੂੰ ਜਾਣਦਾ ਹੈ, ਮਨ ਨੂੰ ਸਾਰੀ ਗੱਲ ਦਾ ਪਤਾ ਹੁੰਦਾ ਹੈ। ਕਬੀਰ ਮਨ ਜਾਣੈ ਸਭ ਬਾਤ, ਜਾਣਤ ਹੀ ਔਗਣ ਕਰੈ। ਕਾਹੇ ਕੀ ਕੁਸ਼ਲਾਤ, ਹਾਥ ਦੀਪ ਕੂਏ ਪਰੇ। ਕੁਸ਼ਲਾਤ ਦਾ ਮਤਲਬ ਹੈ ਸੁੱਖ। ਭਗਤ ਕਬੀਰ ਸਾਹਿਬ ਜੀ ਕਹਿੰਦੇ ਭਈ ਉਸ ਦੀਵੇ ਨੂੰ ਕੀ ਕਰਨਾ ਹੈ, ਹੱਥ ਦੇ ਉੱਤੇ ਰੱਖ ਕੇ ਦੀਵਾ ਤੇ ਬੰਦਾ ਖੂਹ ਵਿੱਚ ਛਾਲ ਮਾਰੇ। ਭਗਤ ਕਬੀਰ ਸਾਹਿਬ ਕਹਿੰਦੇ ਕੀ ਲਾਭ ਹੋਇਆ ਹੱਥ ਵਿੱਚ ਰੱਖੇ ਹੋਏ ਦੀਵੇ ਦਾ। ਇਹਦੇ ਅਰਥ ਭਾਵ ਇਹ ਬਣਦੇ ਨੇ ਕਿ ਬੰਦੇ ਦੇ ਕੋਲੇ ਗਿਆਨ ਹੋਵੇ, ਸਮਝ ਹੋਵੇ, ਸੁਰਤ ਹੋਵੇ, ਸੋਝੀ ਵੀ ਹੋਵੇ, ਤੇ ਫਿਰ ਵੀ ਬੰਦਾ ਔਗਣਾਂ ਦੇ ਵਿੱਚ ਗ੍ਰਸਤ ਹੋ ਜਾਏ ਤਾਂ ਭਗਤ ਕਬੀਰ ਸਾਹਿਬ ਜੀ ਕਹਿੰਦੇ ਫਿਰ ਇਹਦਾ ਲਾਭ ਕੀ ਹੋਇਆ, ਕੀ ਫਾਇਦਾ ਹੋਇਆ। ਤੋ ਸਤਿਗੁਰੂ ਗਰੀਬ ਨਿਵਾਜ ਪਾਤਸ਼ਾਹ ਮਹਾਰਾਜ ਜੀ ਦੀ ਬਾਣੀ ਵਿੱਚ
ਬੇਅੰਤ ਐਸੇ ਪ੍ਰਮਾਣ ਨੇ ਜਿਨ੍ਹਾਂ ਵਿੱਚ ਮੇਰੇ ਸਾਹਿਬ ਜੀ ਕਹਿੰਦੇ ਨੇ ਜੀਵ ਨੂੰ ਪਤਾ ਹੁੰਦਾ ਸਾਰੀ ਗੱਲ ਦਾ। ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਬਚਨ ਨੇ, ਸਾਹਿਬ ਜੀ ਕਹਿੰਦੇ ਨੇ ਚੰਗਿਆਈ ਆਲਕ ਕਰੇ, ਬੁਰਿਆਈ ਹੋਏ ਸ਼ੇਰ। ਸਾਹਿਬ ਕਹਿੰਦੇ ਜਦੋਂ ਚੰਗਾ ਕਰਮ ਕਰਨਾ ਹੁੰਦਾ ਨਾ ਬੰਦੇ ਨੇ, ਕੋਈ ਚੰਗਾ ਕੰਮ ਕਰਨਾ ਹੋਵੇ ਤੇ ਸਤਿਗੁਰੂ ਮਹਾਰਾਜ ਜੀ ਕਹਿੰਦੇ ਆਲਕ ਕਰੇ। ਆਲਕ ਮੈਨੇ ਆਲਸ, ਕਹਿੰਦੇ ਚੰਗੇ ਕੰਮ ਵਾਸਤੇ ਬੰਦਾ ਆਲਸੀ ਹੋ ਜਾਂਦਾ ਹੈ, ਦਲਿਦਰੀ ਹੋ ਜਾਂਦਾ ਹੈ। ਬੁਰਿਆਈ ਹੋਏ ਸ਼ੇਰ, ਬੁਰਿਆਈ ਵਾਸਤੇ, ਬੁਰੇ ਕੰਮਾਂ ਵਾਸਤੇ ਕਹਿੰਦੇ ਸ਼ੇਰ ਵਾਂਗੂ ਤਿਆਰ ਰਹਿੰਦਾ ਹੈ। ਤੇ ਸਤਿਗੁਰੂ ਗ੍ਰੰਥ ਸਾਹਿਬ ਦੀ ਬਾਣੀ ਇਹ ਕਹਿ ਰਹੀ ਹੈ, ਸਤਿਗੁਰੂ ਕਹਿੰਦੇ ਬੁਰਿਆਂ ਕੰਮਾਂ ਵਾਸਤੇ ਸ਼ੇਰ ਹੈ ਤੇ ਚੰਗੇ ਕੰਮਾਂ ਵਾਸਤੇ ਆਲਸੀ ਹੈ, ਦਲਿਦਰੀ ਬਣ ਜਾਂਦਾ ਹੈ। ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਹੋਰ ਵੀ ਬਚਨ ਨੇ, ਮੇਰੇ ਸਾਹਿਬ ਜੀ ਕਹਿੰਦੇ ਬੁਰੇ ਕਾਮ ਕੋ ਊਠ ਖਲੋਇਆ, ਨਾਮ ਕੀ ਬੇਲਾ ਪੈ ਪੈ ਸੋਇਆ। ਕਹਿੰਦੇ ਚੰਗੇ ਕੰਮ ਵਾਸਤੇ ਬੰਦਾ ਆਲਸੀ, ਦਲਿਦਰੀ, ਨੀਂਦਰ ਵਿੱਚ ਚਲਿਆ ਜਾਂਦਾ ਹੈ, ਪਰ ਬੁਰੇ ਕਾਮ ਕੋ ਊਠ ਖਲੋਇਆ, ਬੁਰਿਆਈ ਕਰਨ ਵਾਸਤੇ, ਔਗਣਾ ਵਾਸਤੇ ਕਹਿੰਦੇ ਫਿਰ ਤਾਂ ਦੌੜਿਆ ਭੱਜਾ ਫਿਰਦਾ ਹੈ। ਤੇ ਸਾਹਿਬ ਜੀ ਕਹਿੰਦੇ ਚੰਗੇ ਕੰਮਾਂ ਵਾਸਤੇ ਜਦੋਂ ਚੰਗਾ ਕੰਮ ਇਹਨੂੰ ਕਹੋ, ਇਹ ਜੀਵ ਫਿਰ ਦਲਿਦਰੀ ਹੋ ਜਾਂਦਾ। ਤੇ ਤੁਸੀਂ ਐਸਾ ਦੇਖ ਸਕਦੇ ਹੋ ਸਮਾਜ ਵਿੱਚ, ਜਗਤ ਵਿੱਚ ਐਸਾ ਵਾਪਰਦਾ ਹੈ। ਮੇਰੇ ਕੋਲੇ ਬੜੀਆਂ ਇਹੋ ਜਿਹੀਆਂ ਉਦਾਹਰਨਾਂ ਨੇ, ਪਰ ਮੈਂ ਬਹੁਤੀਆਂ ਨਿੱਜੀ ਉਦਾਹਰਨਾਂ ਨਹੀਂ ਕੋਸ਼ਿਸ਼ ਕਰਦਾ ਹੁੰਦਾ ਕਿ ਇਹੋ ਜਿਹੀਆਂ ਦਿੱਤੀਆਂ ਜਾਣ, ਪਰ ਫਿਰ ਵੀ ਕਦੇ ਕਦੇ ਜ਼ਰੂਰ ਕੋਈ ਨਾ ਕੋਈ ਪ੍ਰਮਾਣ ਉਦਾਹਰਨ ਦੇਣੀ ਪੈਂਦੀ ਹੈ, ਕਿਉਂਕਿ ਸਾਡਾ ਨਿੱਤ ਦਾ ਵਾਹ ਪੈਂਦਾ ਹੈ। ਅਸੀਂ ਨਿੱਤ ਲੋਕਾਂ ਵਿੱਚ ਵਿਚਰਦੇ ਹਾਂ, ਵੱਖ-ਵੱਖ ਜਗ੍ਹਾ 'ਤੇ ਜਾਂਦੇ ਹਾਂ, ਵੱਖ-ਵੱਖ ਪਿੰਡਾਂ 'ਚ, ਪੰਜਾਬ ਦੇ ਪਿੰਡਾਂ ਦੇ ਵਿੱਚ। ਮਾਲਕ ਦੀ ਕਿਰਪਾ ਦੇ ਨਾਲ ਹਿੰਦੁਸਤਾਨ ਦੇ ਵਿੱਚ ਬਹੁਤ ਵਾਹਿਗੁਰੂ ਨੇ ਕਿਰਪਾ ਕਰਕੇ ਦੂਰ ਦਰਾਡੇ ਸੇਵਾ ਲਈ, ਪ੍ਰਚਾਰ ਦੀ, ਦੇਸ਼ਾਂ ਵਿਦੇਸ਼ਾਂ ਵਿੱਚ ਸੇਵਾ ਲਈ ਹੈ, ਮਾਲਕ ਲੈ ਰਿਹਾ। ਸਿਰਫ ਬੇਨਤੀ ਇਹ ਕਰ ਲੱਗਿਆ ਕਿ ਬੜੇ ਮੇਰੇ ਕੋਲ ਇਹੋ ਜਿਹੀਆਂ ਉਦਾਹਰਨਾਂ, ਪ੍ਰਮਾਣ ਨੇ ਕਿ ਜਿੱਥੇ ਚੰਗੇ ਕੰਮ ਵਾਸਤੇ ਬੰਦੇ ਨਹੀਂ ਅੱਗੇ ਲਾ ਕੇ ਤੁਰਦੇ ਤੇ ਬੁਰੇ ਕੰਮ ਵਾਸਤੇ ਉਸੇ ਵੇਲੇ ਉੱਠ ਕੇ ਦੌੜ ਪੈਂਦੇ ਆ, ਭੱਜ ਪੈਂਦੇ ਆ। ਮੈਨੂੰ ਪਤਾ ਚੱਲਿਆ ਕਿ ਇੱਕ ਨਗਰ ਦੇ ਵਿੱਚ ਇੱਕ ਵੀਰ ਨੇ ਦੱਸਿਆ, ਕਹਿੰਦਾ ਜੀ ਸਾਡੇ ਪਿੰਡ ਵਿੱਚ ਜਦੋਂ ਤੇ ਗੁਰਪੁਰਬ ਹੁੰਦਾ ਨਾ ਕੋਈ ਗੁਰੂ ਮਹਾਰਾਜ ਜੀ ਦਾ, ਤੇ ਗੁਰੂ ਸਾਹਿਬ ਦੇ ਗੁਰਪੁਰਬ ਦੇ ਸਮੇਂ ਤੇ ਭਾਈ ਗੁਰਦੁਆਰੇ ਦਾ ਜਦੋਂ ਅਨਾਉਂਸਮੈਂਟ ਕਰਦਾ ਨਾ, ਤੇ ਨਾਲ ਉਹ ਸੰਗਤਾਂ ਨੂੰ ਕਹਿੰਦਾ ਵੀ ਗੁਰੂ ਘਰ ਦੇ ਵਾਸਤੇ ਭਈ ਤਨ ਮਨ ਧਨ ਨਾਲ ਸੇਵਾ ਕਰੋ। ਤੇ ਉਹ ਕਹਿੰਦਾ ਫਿਰ ਲੋਕੀ ਪੈਸੇ ਦੇਣ ਆਉਂਦੇ ਆ, ਪੰਜਾਬ ਦੀ ਮੈਂ ਗੱਲ ਕਰ ਰਿਹਾ, ਉਹ ਕਹਿੰਦਾ ਲੋਕੀ ਪੈਸੇ ਦੇਣ ਆਉਂਦੇ ਆ ਤੇ ਗੁਰਦੁਆਰੇ ਦਾ ਭਾਈ ਅਨਾਉਂਸਮੈਂਟ ਕਰ ਰਿਹਾ ਹੁੰਦਾ, ਫਲਾਨਾ ਸਿੰਘ 10 ਰੁਪਈਏ, ਫਲਾਨਾ ਸਿੰਘ 10 ਰੁਪਈਏ, ਫਲਾਨਾ ਸਿੰਘ 10 ਰੁਪਈਏ। ਕਹਿੰਦਾ ਸਾਡੇ ਪਿੰਡ ਵਿੱਚ ਇੱਕ ਜਗ੍ਹਾ ਹੈ ਤੇ ਉੱਥੇ ਗਾਉਣ ਵਾਲੀ ਲੱਗਦੀ ਹੈ, ਜਗ੍ਹਾ ਹੈ ਪਿੰਡ ਵਿੱਚ ਤੇ ਗਾਉਣ ਵਾਲੀ ਲੱਗਦੀ, ਗਾਉਣ ਵਾਲੀ ਦਾ ਖਾੜਾ ਲੱਗਦਾ। ਤੇ ਕਹਿੰਦੇ ਉੱਥੇ ਅਨਾਉਂਸਮੈਂਟ ਹੁੰਦੀ ਆ, ਫਲਾਨਾ ਸਿੰਘ 1000 ਰੁਪਈਆ, ਫਲਾਨਾ ਸਿੰਘ 2000 ਰੁਪਈਆ, ਫਲਾਨਾ ਸਿੰਘ 5000 ਰੁਪਈਆ ਤੇ ਫਲਾਨਾ ਸਿੰਘ 500 ਰੁਪਈਆ। ਕਹਿੰਦਾ 500 ਤੋਂ ਘੱਟ ਤੇ ਅਨਾਉਂਸਮੈਂਟ ਹੁੰਦੀ ਨਹੀਂ। ਹੁਣ ਤੁਸੀਂ ਇੱਥੋਂ ਆਪ ਹੀ ਅੰਦਾਜ਼ਾ ਲਾ ਲਓ ਕਿ ਕੀ ਉਹਨਾਂ ਬੰਦਿਆਂ ਨੂੰ ਆਪਾਂ ਕਹਿ ਸਕਦੇ ਵੀ ਸਮਝ ਹੀ ਨਾ ਹੋਵੇਗੀ, ਵੀ ਉਹਨਾਂ ਨੂੰ ਪਤਾ ਹੀ ਨਹੀਂ ਇਸ ਗੱਲ ਦਾ ਵੀ ਗੁਰੂ ਸਾਹਿਬ ਦੇ ਗੁਰਪੁਰਬ ਤੇ 10 ਰੁਪਈਏ ਤੇ ਗਾਉਣ ਵਾਲੀ ਲੱਗਣੀ ਹੈ ਤੇ 1000 ਰੁਪਈਆ, 2000 ਰੁਪਈਆ। ਮੈਂ ਇੱਕ ਨਗਰ ਦੇ ਵਿੱਚ ਉਹਨਾਂ ਨੂੰ ਬੇਨਤੀ ਕੀਤੀ, ਨਗਰ ਵਾਲਿਆਂ ਨੂੰ, ਕਿ ਤੁਸੀਂ ਇਹ ਲੰਮਾ ਸਮਾਂ ਹੋ ਗਿਆ ਤੁਹਾਨੂੰ ਇੱਥੇ ਗਾਉਣ ਵਾਲੀਆਂ ਲਾਉਂਦੇ ਹੋ, ਲਾਉਂਦੇ ਹੋ ਤੁਸੀਂ ਗੁਰਦੁਆਰੇ ਦੇ ਵਿੱਚ ਜੇ, ਤੇ ਘੱਟੋ ਘੱਟ ਕਹਿੰਦੇ ਜੀ ਉਹ ਕੋਈ ਮਾੜਾ ਨਹੀਂ ਬੋਲਦੀ। ਮੈਂ ਕਿਹਾ ਭਾਵੇਂ ਮਾੜਾ ਨਹੀਂ ਬੋਲਦੀ, ਚੰਗਾ ਨਹੀਂ ਬੋਲਦੀ, ਕੁਝ ਵੀ ਹੈ, ਪਰ ਗਾਉਣ ਵਾਲੀ ਤਾਂ ਗਾਉਣ ਵਾਲੀ ਹੈ ਨਾ, ਉਹਨੂੰ ਗੁਰਦੁਆਰੇ 'ਚ ਲਾਉਣਾ ਕੋਈ ਸ਼ੋਭਾ ਥੋੜ੍ਹਾ ਦਿੰਦਾ ਹੈ। ਤੇ ਤੁਸੀਂ ਕਿਉਂ ਨਹੀਂ ਧਾਰਮਿਕ ਸਮਾਗਮ ਕਿਉਂ ਨਹੀਂ ਕਰਾਉਂਦੇ? ਕੋਈ ਰਾਗੀ, ਢਾਡੀ, ਕੀਰਤਨੀਏ, ਕਥਾਵਾਚਕ, ਪ੍ਰਚਾਰਕ, ਬੜੇ ਬੜੇ ਵੱਡੇ ਵਿਦਵਾਨ ਹੈਗੇ ਨੇ, ਬੜੇ ਬੜੇ ਢਾਡੀ ਚੋਟੀ ਦੇ ਹੈਗੇ ਨੇ, ਬੜੇ ਬੜੇ ਰਾਗੀ ਨਾਮਵਰ ਚੋਟੀ ਦੇ ਹੈਗੇ ਨੇ, ਤੁਸੀਂ ਉਹ ਕਿਉਂ ਨਹੀਂ ਸੱਦਦੇ? ਕਿਉਂ ਨਹੀਂ? ਜਿਹੜੀ ਉਹਨਾਂ ਨੇ ਗੱਲ ਦੱਸੀ, ਪੈਰਾਂ ਥੱਲੇ ਜ਼ਮੀਨ ਨਿਕਲ ਗਈ। ਉਹ ਕਹਿੰਦੇ ਭਾਈ ਸਾਹਿਬ ਜੀ ਸੱਚਾਈ ਇਹ ਜੇ ਅਸੀਂ ਕੋਸ਼ਿਸ਼ ਕੀਤੀ ਸੀ, ਜਦੋਂ ਅਸੀਂ ਪਿੰਡ 'ਚ ਧਾਰਮਿਕ ਸਮਾਗਮ ਬਾਰੇ ਪਿੰਡ ਵਾਲਿਆਂ ਨੂੰ ਕਿਹਾ ਵੀ ਇਸ ਵਾਰੀ ਕੇਵਲ ਨਰੋਲ ਕਥਾ ਕੀਰਤਨ ਹੋਏਗਾ, ਕਹਿੰਦੇ ਜਦੋਂ ਗਰਾਹੀ ਲੈਣ ਜਾਂਦੇ ਸਾਂ ਤੇ ਕੋਈ 100 ਰੁਪਈਆ ਦਿੰਦਾ ਸੀ, ਕੋਈ 50 ਰੁਪਈਏ ਦਿੰਦਾ ਸੀ। ਤੇ ਕਹਿੰਦੇ ਜਦੋਂ ਅਸੀਂ ਗਾਉਣ ਵਾਲੀਆਂ ਦੇ ਇੰਨਾ ਲੰਮਾ ਸਮਾਂ ਹੋ ਗਿਆ ਇੱਥੇ ਪਿੰਡ 'ਚ ਲਾਉਨੇ ਆ, ਤੇ ਕਹਿੰਦੇ 10-10 ਹਜ਼ਾਰ ਤੋਂ ਘੱਟ ਗਰਾਹੀ ਨਹੀਂ ਕੋਈ ਦਿੰਦਾ। ਗਰੀਬ ਜਿਹੜਾ ਦਿਹਾੜੀ ਵੀ ਕਰਕੇ ਆਉਂਦਾ ਉਹ ਵੀ 100 ਰੁਪਈਏ ਤੋਂ ਘੱਟ ਨਹੀਂ ਪੈਸੇ ਸਾਨੂੰ ਦਿੰਦਾ। ਤੇ ਜਿਹੜੇ ਬੜੇ ਬੜੇ ਲੋਕ ਨੇ, ਕਹਿੰਦਾ ਜਦੋਂ ਅਸੀਂ ਪੁੱਛਦੇ ਆ ਵੀ ਭਾਈ ਇਹ ਕੀ ਗੱਲ, ਜਦੋਂ ਅਸੀਂ ਪਹਿਲਾਂ ਸਮਾਗਮ ਆਪਾਂ ਕਰਦੇ ਹਾਂ ਉਦੋਂ ਤੁਸੀਂ 10,000 ਰੁਪਈਆ ਦਿੰਦੇ ਹੋ, ਹੁਣ ਤੁਸੀਂ 500 ਰੁਪਈਆ। ਤੇ ਕਹਿੰਦੇ ਹੁਣ ਉੱਥੇ ਕਿਹੜੀ ਗਾਉਣ ਵਾਲੀ ਲੱਗਣੀ ਹੈ? ਇੱਕ ਪਿੰਡ ਦੀ ਗੱਲ ਨਹੀਂ, ਇਸ ਤਰ੍ਹਾਂ ਦੀਆਂ ਪਤਾ ਨਹੀਂ ਕਿੰਨੀਆਂ ਉਦਾਹਰਨਾਂ ਮੇਰੇ ਕੋਲੇ ਨੇ, ਕਿੰਨੇ ਪ੍ਰਮਾਣ ਨੇ ਮੇਰੇ ਕੋਲੇ। ਸਿਰਫ
ਬੇਨਤੀ ਕਰ ਰਿਹਾ ਵੀ ਅੱਜ ਦਾ ਜੋ ਸ਼ਬਦ ਪ੍ਰਕਰਨ ਚੱਲਦਾ ਪਿਆ ਨਾ, ਸਾਹਿਬ ਕਹਿੰਦੇ ਨੇ ਬੰਦੇ ਨੂੰ ਪਤਾ ਹੁੰਦਾ ਹੈ, ਜੀਵ ਨੂੰ ਸਾਰੀ ਸਮਝ ਹੁੰਦੀ ਹੈ, ਸਾਰਾ ਕੁਝ ਜਾਣਦਿਆਂ ਹੋਇਆਂ ਵੀ ਬੰਦਾ ਔਗਣ ਕਰਦਾ ਹੈ ਤੇ ਗੁਣਾਂ ਨੂੰ ਛੱਡੀ ਜਾਂਦਾ ਹੈ। ਤੇ ਸਾਹਿਬ ਜੀ ਦੇ ਬਚਨ ਮੈਂ ਬਾਣੀ ਵਿੱਚੋਂ ਲੈ ਰਿਹਾ ਸੀ। ਸਤਿਗੁਰੂ ਗਰੀਬ ਨਿਵਾਜ ਪਾਤਸ਼ਾਹ ਮਹਾਰਾਜ ਕਹਿੰਦੇ, ਬੁਰੇ ਕਾਮ ਕੋ ਓਟ ਖਲੋਇਆ, ਨਾਮ ਕੀ ਵੇਲਾ ਪੈ ਪੈ ਸੋਇਆ। ਇਸ ਬੰਦੇ ਨੂੰ ਕਹਿ ਦਿਓ ਵੀ ਫਲਾਣੇ ਥਾਂ ਤੇ ਖਾੜਾ ਲੱਗਾ, ਰਾਤ ਦੇ 12 ਵਜੇ ਵੀ ਉੱਠ ਕੇ ਦੌੜ ਪੈਣਗੇ ਤੇ ਗੁਰਦੁਆਰੇ ਕਹੋ ਵੀ ਕਥਾ ਕੀਰਤਨ ਹੈ, 1 ਘੰਟਾ ਵੀ ਕੱਢਣਾ ਇਉਂ ਲੱਗਦਾ ਵੀ ਬੱਲੇ ਪਤਾ ਨਹੀਂ ਕਿਹੜੇ ਪਹਾੜ ਹੀ ਡਿੱਗ ਪਿਆ ਹੁੰਦਾ, ਇਉਂ ਲੱਗਦਾ ਵੀ ਬੜਾ ਔਖਾ ਕੰਮ ਆ ਗੁਰਦੁਆਰੇ ਜਾ ਕੇ 2 ਮਿੰਟ ਬਹਿਣਾ। ਪਰ ਉੱਥੇ ਤੁਸੀਂ ਇਹ ਵੇਖ ਸਕਦੇ ਹੋ ਨਾ, ਸਮਾਜ ਵਿੱਚ 3 ਘੰਟੇ ਦੀ ਫਿਲਮ, 2, 2.5, 3 ਘੰਟੇ ਦੀਆਂ ਫਿਲਮਾਂ ਜਿਹੜੀਆਂ ਹੁੰਦੀਆਂ ਨੇ, ਬੰਦਾ ਉਹਨੂੰ ਅੱਖ ਵੀ ਨਹੀਂ ਝਮਕਦਾ ਤੇ ਐਂ ਲੰਘ ਜਾਂਦਾ ਟਾਈਮ, ਬੰਦਾ ਕਹਿੰਦਾ ਪਤਾ ਨਹੀਂ ਲੱਗਾ, ਮੁੱਕ ਵੀ ਗਈ, ਐਂਡ ਵੀ ਹੋ ਗਿਆ। ਲੋਕ ਕਹਿੰਦੇ ਅਸੀਂ ਕਿਹੜਾ ਚਲੋ ਫਿਲਮਾਂ ਵੇਖਦੇ ਹਾਂ, ਪਰ ਲੋਕਾਂ ਤੋਂ ਤਾਂ ਸੁਣਦੇ ਹੀ ਹਨ, ਕਹਿੰਦੇ 2, 2.5 ਘੰਟੇ ਦੀ ਫਿਲਮ ਹੁੰਦੀ ਹੈ, ਅੱਖ ਵੀ ਨਹੀਂ ਝਮਕੀਦਾ, ਅੱਖ ਦਾ ਝਮੱਕਾ ਵੀ ਨਹੀਂ ਮਾਰੀਦਾ ਤੇ ਇਉਂ ਲੱਗਦਾ ਵੀ ਇਹ ਤਾਂ ਬੜੀ ਛੇਤੀ ਫਿਲਮ ਮੁੱਕ ਗਈ। ਤੇ ਜੇ ਕਥਾ ਕੀਰਤਨ ਦਾ, ਪਾਠ ਦਾ ਹੋਵੇ ਪ੍ਰੋਗਰਾਮ, ਆਪਾਂ ਦੇਖਦੇ ਹੀ ਹਾਂ, ਆਪਣੇ ਨਿੱਤ ਸਾਰਾ ਕੁਝ ਵਾਪਰਦਾ ਹੀ ਹੈ, ਇੱਥੇ ਵੀ ਇਹੋ ਕੁਝ ਵਾਪਰਦਾ ਆਪਣੇ ਨਾਲ। ਤੇ ਉਹ ਵੀ ਵੇਖ ਲਓ ਵੀ ਤੁਸੀਂ, ਆਪਾਂ ਸ਼ਨੀ ਐਤਵਾਰ ਦਾ ਜਿਹੜਾ ਉਹ ਵੀ ਦੀਵਾਨ ਤੁਸੀਂ ਦੇਖ ਲਓ ਕਿੰਨੇ ਕੁ ਦਾ ਕਿਤੇ ਟਾਈਮ ਦਾ ਹੁੰਦਾ। ਮੰਨ ਲਓ ਵੀ 11 ਵਜੇ ਜਾਂ 12:30 ਤੋਂ ਲੈ ਕੇ 1:30 ਵਜੇ ਦਾ ਟਾਈਮ ਕਿੰਨਾ ਕੁ ਹੁੰਦਾ, ਤੁਸੀਂ ਅੰਦਾਜ਼ਾ ਲਾ ਕੇ ਦੇਖੋ ਵੀ ਕਿੰਨੇ ਕੁ ਜੀਵ ਨੇ ਜਿਹੜੇ ਉਸ ਟਾਈਮ 'ਤੇ ਹਾਜ਼ਰੀ ਦਰਬਾਰ ਦੀ ਹੁੰਦੀ ਹੈ, ਤੇ ਬਾਕੀ ਗੱਪਾਂ ਮਾਰਨ ਨੂੰ, ਗੱਲਾਂ ਕਰਨ ਨੂੰ, ਚੁਗਲੀਆਂ ਕਰਨ ਨੂੰ, ਨਿੰਦਿਆ ਕਰਨ ਨੂੰ, ਐ ਸਾਰਾ ਦਿਨ ਲੰਘ ਜਾਂਦਾ। ਇੱਥੇ ਵੀ ਅਸੀਂ ਇਹੋ ਕੁਝ ਦੇਖਦੇ ਹਾਂ, ਇਹ ਨਹੀਂ ਵੀ ਇੱਥੇ ਨਹੀਂ, ਸਾਰਾ ਦਿਨ ਮੈਂ ਵੇਖਦਾ ਬਜ਼ੁਰਗ ਇੱਥੇ ਬੈਠੇ ਥੱਲੇ ਜਿਹੜੇ ਬੰਚ ਲੱਗੇ ਨੇ ਨਾ, ਸਾਰਾ ਦਿਨ ਗੱਲਾਂ, ਸਾਰਾ ਦਿਨ 1 ਮਿੰਟ ਵੀ ਕਿਤੇ ਸਾਹ ਨਹੀਂ ਲੈਂਦੇ ਤੇ ਗੱਲਾਂ ਵੀ ਪਤਾ ਨਹੀਂ ਇੱਧਰ ਦੀਆਂ ਉੱਧਰ ਦੀਆਂ, ਆਕਾਸ਼ ਦੀਆਂ ਪਤਾਲ ਦੀਆਂ। ਜਦੋਂ ਸਪੀਕਰ ਲੱਗ ਜਾਂਦਾ ਨਾ ਸੁਖਮਨੀ ਸਾਹਿਬ ਦੇ ਪਾਠ ਦਾ, ਬਸ ਉਸ ਦੇ ਵੇਲੇ ਛਕਿਆ ਪ੍ਰਸ਼ਾਦਾ ਘਰ ਨੂੰ। ਇਹ ਨਹੀਂ ਮੈਂ ਕਹਿੰਦਾ ਵੀ ਗੁਰੂ ਘਰੋਂ ਪ੍ਰਸ਼ਾਦਾ ਨਾ ਛਕੋ, ਮੇਰਾ ਮਤਲਬ ਇਹ ਨਹੀਂ ਕਹਿਣ ਦਾ। ਜਦੋਂ ਪਤਾ ਚੱਲਦਾ ਸ਼ਾਮ ਦਾ ਦੀਵਾਨ ਸ਼ੁਰੂ ਹੋ ਗਿਆ, ਬਸ ਉਸੇ ਵੇਲੇ ਘਰਾਂ ਨੂੰ। ਵੀ ਜੇ 8 ਘੰਟੇ ਤੁਸੀਂ 7 ਘੰਟੇ ਗੁਰੂ ਘਰ ਬਹਿ ਕੇ ਗੱਪਾਂ ਮਾਰ ਸਕਦੇ ਹੋ ਤੇ 2 ਘੰਟੇ ਬਈ ਜੇ ਗੁਰੂ ਘਰ ਪਾਠ ਸੁਣ ਲਾਂਗੇ, ਕੀਰਤਨ ਸੁਣ ਲਾਂਗੇ, ਕੋਈ ਗੁਰਬਾਣੀ ਦੀ ਵਿਚਾਰ ਸੁਣ ਲਾਂਗੇ ਤੇ ਫਿਰ ਕੀ ਹੋ ਜਾਏਗਾ। ਪਰ ਇਹ ਸਾਰਾ ਕੁਝ ਬੰਦਾ ਜਾਣਦਿਆਂ ਹੋਇਆਂ ਵੀ ਕਰ ਰਿਹਾ, ਬਾਣੀ ਕਹਿ ਰਹੀ ਹੈ। ਸਭ ਕਹਿੰਦੇ ਸਾਰਾ ਕੁਝ ਪਤਾ ਹੁੰਦਾ, ਇਸ ਨੂੰ ਪਤਾ ਹੁੰਦਿਆਂ ਹੋਇਆਂ ਵੀ ਜੀਵ ਚੰਗੇ ਗੁਣ ਨਹੀਂ ਇਕੱਠੇ ਕਰਦਾ, ਨਹੀਂ ਗ੍ਰਹਿਣ ਕਰਦਾ, ਬੁਰੇ ਕਰਦਾ ਹੈ। ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਅੱਜ ਦੇ ਸ਼ਬਦ ਵਿੱਚ ਕਹਿ ਰਹੇ ਨੇ, ਇਸ ਜਗਤ ਵਿੱਚ ਪ੍ਰਭੂ ਪਰਮਾਤਮਾ ਵਾਹਿਗੁਰੂ ਨੇ ਜੀਵ ਜਿਹੜੇ ਪੈਦਾ ਕੀਤੇ, ਭਾਵੇਂ ਉਹਨੇ ਰਜੋ ਤਮੋ ਸਤੋ ਗੁਣ ਪਰਮਾਤਮਾ ਨੇ ਬਣਾਇਆ ਹੈ, ਪਰ ਸਾਹਿਬ ਜੀ ਕਹਿੰਦੇ ਰਜੋ ਤਮੋ ਸਤੋ ਗੁਣ ਵਿੱਚ ਜੀਵ ਜਿਹੜਾ ਹੈ ਇਹ ਜੰਜਾਲ ਵਿੱਚ ਫਸ ਜਾਂਦਾ ਹੈ। ਤੇ ਜਿਸ ਵਿੱਚ ਫਸਿਆ ਹੋਇਆ ਗੁਣ ਛੱਡ ਕੇ ਪਰਮਾਤਮਾ ਤੋਂ ਦੂਰ ਹੁੰਦਾ ਹੈ, ਔਗਣ ਕਰਕੇ ਪਰਮਾਤਮਾ ਗੁਣ ਛੱਡੀ ਜਾਂਦਾ ਤੇ ਦੂਰੀ ਬਣਦੀ ਹੈ। ਜਿਵੇਂ ਔਗਣ ਇਕੱਠੇ ਕਰੀ ਜਾਂਦਾ ਹੈ, ਹੋਰ ਦੂਰ ਹੋ ਜਾਂਦਾ ਹੈ, ਕੋਈ ਗੁਣ ਇਕੱਠੇ ਕਰੇ ਤੇ ਨੇੜੇ ਹੁੰਦਾ। ਆਓ ਸਤਿਗੁਰੂ ਮਹਾਰਾਜ ਜੀ ਦੇ ਇਤਿਹਾਸ ਵਿੱਚੋਂ ਵੀ ਆਪਾਂ ਕੁਝ ਪ੍ਰਮਾਣ ਲੈ ਲਈਏ ਕਿ ਗੁਣਾ ਕਰਕੇ ਕਿਸ ਤਰ੍ਹਾਂ ਨੇੜੇ ਹੋਈਦਾ, ਔਗਣਾ ਕਰਕੇ ਕਿਸ ਤਰ੍ਹਾਂ ਦੂਰ ਹੋਈਦਾ। ਧੰਨ ਸਤਿਗੁਰੂ ਸ੍ਰੀ ਗੁਰੂ ਅਮਰਦਾਸ ਮਹਾਰਾਜ ਜੀ ਗੋਇੰਦਵਾਲ ਸਾਹਿਬ ਦੀ ਧਰਤੀ ਤੇ ਮੇਰੇ ਗਰੀਬ ਨਿਵਾਜ ਪਾਤਸ਼ਾਹ ਮਹਾਰਾਜ ਜੀ ਰਹਿਮਤਾਂ ਵਰਤਾਉਂਦੇ ਨੇ। ਤੇ ਗੋਇੰਦਵਾਲ ਸਾਹਿਬ ਦੀ ਧਰਤੀ ਤੇ ਧੰਨ ਸ਼੍ਰੀ ਗੁਰੂ ਅਮਰਦਾਸ ਮਹਾਰਾਜ ਜੀ ਨੇ ਆਪਣੇ 2 ਦਮਾਦਾਂ ਨੂੰ ਪਰਖਣਾ ਚਾਹਿਆ, ਤਾਂ ਕਿ ਪੁੱਤਰਾਂ ਵਿੱਚੋਂ ਤਾਂ ਗੁਰੂ ਸਾਹਿਬ ਨੇ ਦੇਖ ਲਿਆ ਕਿ ਇਹ ਇਸ ਗੁਰਤਾ ਗੱਦੀ ਦੇ ਵਾਰਿਸ ਨਹੀਂ ਬਣ ਸਕਦੇ, ਤੇ 2 ਦਮਾਦਾਂ ਵਿੱਚੋਂ ਧੰਨ ਸ਼੍ਰੀ ਗੁਰੂ ਅਮਰਦਾਸ ਮਹਾਰਾਜ ਜੀ ਨੂੰ ਤਾਂ ਭਾਵੇਂ ਪਹਿਲਾਂ ਪਤਾ ਸੀ ਕਿ ਗੁਰਤਾ ਗੱਦੀ ਦਾ ਮਾਲਕ ਕਿਹਨੇ ਬਣਨਾ ਹੈ, ਪਰ ਫਿਰ ਵੀ ਮੇਰੇ ਸਾਹਿਬ ਨੇ ਸੰਗਤ ਦੇ ਕਹਿ ਲਓ ਕਿ ਸਾਹਮਣੇ ਇਹ ਦੱਸਣਾ ਸੀ ਕਿ ਭਾਈ ਅਸਲ ਵਿੱਚ ਜੇਠਾ ਜਿਹੜਾ ਹੈ ਇਹ ਗੁਰਤਾ ਗੱਦੀ ਦਾ ਲਾਇਕ ਕਿਉਂ ਹੋ ਗਿਆ। ਇਹ ਅਸਲ ਵਿੱਚ ਸੰਗਤਾਂ ਦੇ ਸਾਹਮਣੇ ਗੁਰੂ ਅਮਰਦਾਸ ਮਹਾਰਾਜ ਜੀ ਦੱਸਣਾ ਚਾਹੁੰਦੇ ਸਨ। ਧੰਨ ਸ਼੍ਰੀ ਗੁਰੂ ਅਮਰਦਾਸ ਮਹਾਰਾਜ ਜੀ ਨੇ 2 ਦਮਾਦਾਂ ਨੂੰ, ਇੱਕ ਹੈ ਭਾਈ ਰਾਮਾ, ਦੂਜਾ ਹੈ ਭਾਈ ਜੇਠਾ। ਇੱਕ ਹੈ ਬੀਬੀ ਦਾਨੀ ਦਾ ਪਤੀ ਭਾਈ ਰਾਮਾ ਤੇ ਬੀਬੀ ਭਾਨੀ ਦਾ ਪਤੀ ਹੈ ਧੰਨ ਸ਼੍ਰੀ ਗੁਰੂ ਰਾਮਦਾਸ ਮਹਾਰਾਜ ਜੀ ਭਾਈ ਜੇਠਾ ਜੀ। ਸ਼੍ਰੀ ਗੁਰੂ ਅਮਰਦਾਸ ਮਹਾਰਾਜ ਜੀ ਨੇ ਅੱਜ ਦੋਨਾਂ ਦਮਾਦਾਂ ਨੂੰ ਆਪਣੇ ਕੋਲ ਬੁਲਾਇਆ ਹੈ। ਵਿਚਾਰ ਇਹ ਦਿਮਾਗ 'ਚ ਰੱਖਿਓ ਜੇ ਵੀ ਗੁਣ ਤੇ ਔਗਣ ਕਿਹੜਾ ਗੁਰੂ ਦੇ ਨੇੜੇ ਹੁੰਦਾ, ਗੁਣਾ ਕਰਕੇ ਔਗਣਾ ਵਾਲਾ ਦੂਰ ਕਿਵੇਂ ਹੋ ਜਾਂਦਾ ਹੈ, ਇਹ ਪ੍ਰਕਰਨ ਹੈ। ਸ਼੍ਰੀ ਗੁਰੂ ਅਮਰਦਾਸ ਮਹਾਰਾਜ ਨੇ ਦੋਨਾਂ ਨੂੰ ਆਪਣੇ ਕੋਲ ਸੱਦਿਆ ਤੇ ਧੰਨ ਗੁਰੂ ਅਮਰਦਾਸ ਮਹਾਰਾਜ ਜੀ ਕੋਲ ਸੱਦ ਕੇ ਕਹਿੰਦੇ ਨੇ ਆਪਣੇ ਦੋਨਾਂ ਦਮਾਦਾਂ ਨੂੰ, ਬੇਟਾ ਅਸੀਂ ਹੁਣ ਬਿਰਧ ਹੋ ਗਏ ਹਾਂ, ਸਰੀਰ ਕਾਫੀ ਸਾਡਾ ਬਿਰਧ ਹੋ ਗਿਆ, ਅਸੀਂ ਚਾਹੁੰਦੇ ਹਾਂ ਕਿ ਕੋਈ ਥੜਾ ਬਣੇ, ਜਿਸ ਥੜੇ ਉੱਤੇ ਬੈਠ ਕੇ ਅਸੀਂ ਸੰਗਤਾਂ ਦੇ ਨਾਲ ਕੁਝ ਵਿਚਾਰ ਕਰਿਆ ਕਰੀਏ।
ਤੇ ਉਸ ਅਸੀਂ ਸੁੰਦਰ ਇੱਕ ਥੜਾ ਬਣਵਾਉਣਾ ਚਾਹੁੰਦੇ ਹਾਂ। ਦੋਨਾਂ ਨੂੰ ਕਹਿ ਦਿੱਤਾ ਗੁਰੂ ਅਮਰਦਾਸ ਮਹਾਰਾਜ ਜੀ ਨੇ ਕਿ ਅਸੀਂ ਤੁਹਾਨੂੰ ਨਿਸ਼ਾਨੀ ਲਾ ਦਿੰਦੇ ਹਾਂ, ਉਹਦਾ ਥੜੇ ਦਾ ਕਿਸ ਤਰ੍ਹਾਂ ਦਾ ਬਣਾਉਣਾ ਉਹ ਵੀ ਦੱਸ ਦਿੰਦੇ ਹਾਂ। ਤੁਸੀਂ ਦੋਨੋਂ ਜਾਣੇ ਥੜਾ ਤਿਆਰ ਕਰੋ, ਵੱਖਰੇ ਵੱਖਰੇ ਥੜੇ ਤਿਆਰ ਕਰਨੇ, ਜਿਹੜਾ ਫਿਰ ਸਾਨੂੰ ਪਸੰਦ ਆਏਗਾ ਉਸ ਥੜੇ ਨੂੰ ਅਸੀਂ ਪ੍ਰਵਾਨ ਕਰ ਲਵਾਂਗੇ, ਉਹਦੇ ਤੇ ਬੈਠਾਂਗੇ। ਇਹ ਅਸਲ ਵਿੱਚ ਗੁਰੂ ਅਮਰਦਾਸ ਮਹਾਰਾਜ ਜੀ ਅੰਦਰ ਦੇ ਥੜਿਆਂ ਦੀ ਗੱਲ ਸੀ, ਬਾਹਰੀ ਤੇ ਕੇਵਲ ਪ੍ਰਤੀਕ ਹੈ। ਸ਼੍ਰੀ ਗੁਰੂ ਅਮਰਦਾਸ ਨੇ ਦੋਨਾਂ ਨੂੰ ਨਿਸ਼ਾਨੀਆਂ ਲਾ ਦਿੱਤੀਆਂ। ਭਾਈ ਰਾਮੇ ਨੇ ਥੜਾ ਤਿਆਰ ਕੀਤਾ ਸਵੇਰ ਤੋਂ ਲੈ ਕੇ ਸ਼ਾਮ ਤੱਕ। ਭਾਈ ਜੇਠੇ ਨੇ ਵੀ ਆਪਣੀ ਜਗ੍ਹਾ ਜਿੱਥੇ ਨਿਸ਼ਾਨੀ ਲਾਈ ਗੁਰੂ ਸਾਹਿਬ ਨੇ, ਉੱਥੇ ਸਵੇਰ ਤੋਂ ਲੈ ਕੇ ਸ਼ਾਮ ਤੱਕ ਥੜਾ ਉਹਨਾਂ ਵੀ ਤਿਆਰ ਕਰ ਲਿਆ। ਸ਼੍ਰੀ ਗੁਰੂ ਅਮਰਦਾਸ ਮਹਾਰਾਜ ਜੀ ਸ਼ਾਮ ਨੂੰ ਦੋਨਾਂ ਥੜਿਆਂ ਦੇ ਕੋਲੇ ਗਏ ਨੇ ਤੇ ਗੁਰੂ ਅਮਰਦਾਸ ਮਹਾਰਾਜ ਜੀ ਭਾਈ ਰਾਮੇ ਨੂੰ ਕਹਿੰਦੇ ਨੇ, ਭਾਈ ਰਾਮਿਆ, ਭਾਈ ਥੜਾ ਕਿੱਦਾਂ ਦਾ ਬਣਾਇਆ ਤੂੰ? ਤੈਨੂੰ ਕਿਹਾ ਕਿਵੇਂ ਦਾ ਸੀ, ਤੂੰ ਬਣਾ ਕਿਵੇਂ ਦਾ ਦਿੱਤਾ ਹੈ? ਇਹ ਥੜਾ ਨਹੀਂ ਤੇਰਾ ਠੀਕ ਬਣਿਆ। ਹੁਣ ਭਾਈ ਰਾਮਾ ਕੀ ਕਹਿ ਰਿਹਾ? ਭਾਈ ਰਾਮਾ ਕਹਿੰਦਾ, ਮਹਾਰਾਜ ਥੜਾ ਤੇ ਬਿਲਕੁਲ ਠੀਕ ਬਣਿਆ, ਥੜਾ ਤੇ ਬਿਲਕੁਲ ਵਧੀਆ ਬਣਿਆ। ਮਹਾਰਾਜ ਜਿਵੇਂ ਦਾ ਤੁਸੀਂ ਦੱਸ ਕੇ ਗਏ ਹੋ ਮੈਂ ਤੇ ਉਵੇਂ ਦਾ ਹੀ ਬਣਾਇਆ ਹੈ। ਵੇਖੋ ਕਿੰਨੀ ਰੀਝ ਨਾਲ ਤਿਆਰ ਕੀਤਾ, ਕਿੰਨਾ ਸੋਹਣਾ ਬਣਾਇਆ ਹੈ। ਸ਼੍ਰੀ ਗੁਰੂ ਅਮਰਦਾਸ ਮਹਾਰਾਜ ਜੀ ਕਹਿੰਦੇ ਸਾਨੂੰ ਪਸੰਦ ਨਹੀਂ ਹੈ, ਇਸ ਥੜੇ ਨੂੰ ਢਾਹ ਦੇ। ਭਾਈ ਰਾਮੇ ਨੇ ਥੜਾ ਢਾਹ ਦਿੱਤਾ। ਸਤਿਗੁਰੂ ਮਹਾਰਾਜ ਜੀ ਭਾਈ ਜੇਠੇ ਨੂੰ ਕਹਿੰਦੇ ਨੇ, ਭਾਈ ਜੇਠਿਆ ਬੇਟਾ ਜੀ ਇਹ ਥੜਾ ਤੁਹਾਡਾ ਵੀ ਠੀਕ ਨਹੀਂ ਬਣਿਆ, ਇਹ ਥੜਾ ਜਿਸ ਤਰ੍ਹਾਂ ਦਾ ਅਸੀਂ ਚਾਹੁੰਦੇ ਸੀ ਉੱਦਾਂ ਦਾ ਨਹੀਂ ਬਣਿਆ। ਹੁਣ ਇੱਕ ਦੇ ਸ਼ਬਦ ਵੇਖੋ ਕੀ ਹੈ। ਭਾਈ ਰਾਮਾ ਕਹਿੰਦਾ, ਮਹਾਰਾਜ ਜਿਵੇਂ ਦਾ ਤੁਸੀਂ ਕਿਹਾ ਮੈਂ ਉਵੇਂ ਦਾ ਹੀ ਬਣਾਇਆ, ਥੜੇ ਵਿੱਚ ਕੋਈ ਨੁਕਸ ਨਹੀਂ ਹੈ। ਭਾਈ ਜੇਠਾ ਕੀ ਕਹਿੰਦਾ ਹੈ? ਕਹਿੰਦਾ, ਮਹਾਰਾਜ ਸੱਚਮੁੱਚ ਜਿੱਦਾਂ ਦਾ ਤੁਸੀਂ ਕਹਿ ਕੇ ਗਏ ਉੱਦਾਂ ਦਾ ਮੈਂ ਬਣਾ ਹੀ ਨਹੀਂ ਸਕਿਆ, ਨਹੀਂ ਬਣਿਆ, ਉਸ ਤਰ੍ਹਾਂ ਦਾ ਨਹੀਂ ਬਣਿਆ। ਜਿਵੇਂ ਦਾ ਤੁਸੀਂ ਕਹਿ ਕੇ ਗਏ ਹੋ ਉਸ ਤਰ੍ਹਾਂ ਦਾ ਮੇਰੇ ਕੋਲੋਂ ਨਹੀਂ ਬਣਿਆ ਮਹਾਰਾਜ। ਤੇ ਇੱਕ ਮੇਰੇ ਤੇ ਕਿਰਪਾ ਕਰੋ, ਜਿੱਦਾਂ ਦਾ ਤੁਸੀਂ ਬਣਵਾਉਣਾ ਚਾਹੁੰਦੇ ਹੋ ਸਿਰ ਤੇ ਹੱਥ ਰੱਖ ਕੇ ਆਪ ਬਣਵਾ ਲਓ ਮਹਾਰਾਜ, ਤੁਸੀਂ ਬਣਵਾ ਲਓ। ਤੁਸੀਂ ਦੱਸ ਜਾਂਦੇ ਹੋ ਮੈਨੂੰ, ਮੈਂ ਭੁੱਲ ਜਾਂਦਾ ਹਾਂ, ਤੇ ਕਿਰਪਾ ਕਰਕੇ ਆਪ ਬਣਵਾ ਲਓ। ਹੁਣ ਇੱਕ ਦੇ ਸ਼ਬਦ ਦਾ ਮਤਲਬ ਭਾਈ ਜੇਠੇ ਦੇ ਜਿਹੜੇ ਸ਼ਬਦ ਨੇ ਧੰਨ ਸ਼੍ਰੀ ਗੁਰੂ ਅਮਰਦਾਸ ਮਹਾਰਾਜ ਨੂੰ ਕਿੰਨਾ ਪ੍ਰਭਾਵਿਤ ਕਰਦੇ ਨੇ ਕਿ ਮਹਾਰਾਜ ਮੈਂ ਭੁੱਲ ਗਿਆ ਹਾਂ। ਤੇ ਰਾਮਾ ਕਹਿੰਦਾ, ਮਹਾਰਾਜ ਮੈਂ ਨਹੀਂ ਭੁੱਲਿਆ, ਜਿਸ ਤਰ੍ਹਾਂ ਤੁਸੀਂ ਮੈਨੂੰ ਦੱਸ ਗਏ ਉਵੇਂ ਦਾ ਹੀ ਬਣਾਇਆ। ਰਾਮਾ ਗੁਰੂ ਵਿੱਚ ਨੁਕਸ ਕੱਢਦਾ ਹੈ, ਜੇਠਾ ਆਪਣੇ ਵਿੱਚ ਨੁਕਸ ਕੱਢਦਾ ਹੈ, ਫਰਕ ਇੰਨਾ ਕੀ ਹੈ। ਸਤਿਗੁਰੂ ਮਹਾਰਾਜ ਨੇ ਕਿਹਾ ਚਲੋ ਅਗਲੇ ਦਿਨ ਬਣਾਇਓ ਦੋਨੋਂ ਜਾਣੇ। ਅਗਲਾ ਦਿਨ ਫੇਰ ਹੋਇਆ, ਥੜੇ ਤਿਆਰ ਹੋਏ। ਗੁਰੂ ਅਮਰਦਾਸ ਕਹਿੰਦੇ ਨੇ, ਭਾਈ ਰਾਮਿਆ ਵੀ ਅੱਜ ਵੀ ਥੜਾ ਤੇਰਾ ਸਾਨੂੰ ਪਸੰਦ ਨਹੀਂ ਆਇਆ, ਢਾਹ ਦੇ ਇਹਨੂੰ। ਭਾਈ ਰਾਮੇ ਨੇ ਥੋੜ੍ਹਾ ਜਿਹਾ ਇਸ ਗੱਲ ਦਾ ਗਿਲਾ ਵੀ ਕੀਤਾ ਤੇ ਗੁਰੂ ਅਮਰਦਾਸ ਜੀ ਨੂੰ ਇਹ ਵੀ ਕਹਿ ਦਿੱਤਾ, ਮਹਾਰਾਜ ਅਸਲ ਵਿੱਚ ਤੁਹਾਡੀ ਉਮਰ ਵਡੇਰੀ ਹੋ ਗਈ ਹੈ, ਇਸ ਕਰਕੇ ਤੁਸੀਂ ਭੁੱਲ ਜਾਂਦੇ ਹੋ। ਮੈਂ ਤਾਂ ਥੜਾ ਬਹੁਤ ਵਧੀਆ ਬਣਾਇਆ, ਅੱਜ ਤਾਂ ਬੜੀ ਰੀਝ ਨਾਲ ਤਿਆਰ ਕੀਤਾ, ਮਹਾਰਾਜ ਤੁਸੀਂ ਭੁੱਲ ਗਏ ਹੋ, ਤੁਹਾਨੂੰ ਨਹੀਂ ਪਤਾ ਲੱਗਾ ਵੀ ਤੁਸੀਂ ਕਿੱਦਾਂ ਦਾ ਕਹਿ ਕੇ ਗਏ ਹੋ, ਮੈਂ ਠੀਕ ਬਣਾਇਆ। ਵੇਖੋ ਇੱਕ ਦੇ ਅੰਦਰ ਆਪਣੇ ਵਿੱਚ ਆਪਣੇ ਔਗਣ ਨਹੀਂ ਦਿਖਦਾ, ਮੇਰੇ ਵਿੱਚ ਗਲਤੀ ਹੈ, ਗੁਰੂ ਵਿੱਚ ਕੱਢਦਾ ਕਿ ਮਹਾਰਾਜ ਤੁਸੀਂ ਭੁੱਲ ਗਏ ਹੋ। ਜਦੋਂ ਜੇਠੇ ਨੂੰ ਕਹਿੰਦੇ ਆ, ਜੇਠਿਆ ਥੜਾ ਠੀਕ ਨਹੀਂ ਬਣਿਆ, ਜੇਠਾ ਕਹਿੰਦਾ ਮਹਾਰਾਜ ਮੈਂ ਭੁੱਲ ਜਾਂਦਾ, ਮੈਨੂੰ ਸਮਝ ਨਹੀਂ ਹੈ। ਸਤਿਗੁਰੂ ਮਹਾਰਾਜ ਜੀ ਮੈਨੂੰ ਜਿਸ ਤਰ੍ਹਾਂ ਤੁਸੀਂ ਥੜਾ ਕਹਿੰਦੇ ਹੋ ਮੈਂ ਉਸੇ ਵੇਲੇ ਭੁੱਲ ਜਾਂਦਾ ਹਾਂ, ਮੇਰੇ ਦਿਮਾਗ 'ਚ ਹੀ ਨਹੀਂ ਆਉਂਦੀ ਉਹ ਗੱਲ ਕਿ ਤੁਸੀਂ ਥੜਾ ਕਿੱਦਾਂ ਦਾ ਚਾਹੁੰਦੇ ਹੋ। ਮਹਾਰਾਜ ਇੱਕ ਕਿਰਪਾ ਕਰੋ, ਹੱਥ ਰੱਖੋ ਸਿਰ ਦੇ ਉੱਤੇ ਤੇ ਆਪ ਬਣਵਾਓ ਥੜਾ। ਇਹ ਕਹਿੰਦਾ ਮਹਾਰਾਜ ਮੇਰੇ 'ਚ ਹੀ ਸਾਰੀਆਂ ਗਲਤੀਆਂ ਨੇ, ਹਮ ਅਵਗੁਣ ਭਰੇ ਏਕ ਗੁਣ ਨਾਹੀਂ। ਇੱਕ ਇਹ ਕਹਿੰਦਾ ਕਿ ਮਹਾਰਾਜ ਮੇਰੇ ਵਿੱਚ ਹੀ ਔਗਣ ਨੇ, ਤੁਹਾਡੇ 'ਚ ਵਿੱਚ ਨਹੀਂ ਹੈ, ਮੈਂ ਭੁੱਲ ਜਾਂਦਾ ਹਾਂ। ਦੂਜਾ ਕਹਿੰਦਾ ਮਹਾਰਾਜ ਮੇਰੇ 'ਚ ਕੋਈ ਗਲਤੀ ਨਹੀਂ ਹੈ, ਤੁਸੀਂ ਭੁੱਲਦੇ ਹੋ। ਇਤਿਹਾਸਕਾਰ ਕਹਿੰਦੇ ਨੇ 7 ਦਿਨ ਇਹ ਖੇਡ ਵਰਤਦੀ ਰਹੀ। ਭਾਈ ਰਾਮਾ ਤੇ ਚੌਥੇ ਪੰਜਵੇਂ ਦਿਨ ਹੀ ਕਹਿਣ ਲੱਗ ਪਿਆ ਸੀ ਮਹਾਰਾਜ ਨੂੰ ਕਿ ਮਹਾਰਾਜ ਇਹ ਮੈਂ ਨਹੀਂ ਹੁਣ ਬਣਾ ਸਕਦਾ, ਸਵੇਰੇ ਬਣਾਇਆ ਸ਼ਾਮੀ ਢਾਤਾ, ਸਵੇਰੇ ਬਣਾਇਆ ਸ਼ਾਮੀ ਢਵਾ ਦਿੱਤਾ, ਮਹਾਰਾਜ ਹੁਣ ਇਸ ਤੋਂ ਵਧੀਆ ਨਹੀਂ ਬਣ ਸਕਦਾ ਤੇ ਮੈਂ ਕੱਲ੍ਹ ਤੋਂ ਥੜਾ ਨਹੀਂ ਬਣਾਉਣਾ। ਸਤਿਗੁਰੂ ਗੁਰੂ ਅਮਰਦਾਸ ਮਹਾਰਾਜ ਜਦੋਂ ਭਾਈ ਜੇਠੇ ਕੋਲੇ ਗਏ, ਭਾਈ ਜੇਠੇ ਨੇ ਕਿਹਾ ਮਹਾਰਾਜ ਮੈਨੂੰ ਪਤਾ ਹੈ ਕਿ ਥੜਾ ਅੱਜ ਵੀ ਨਹੀਂ ਉੱਦਾਂ ਦਾ ਬਣਿਆ ਜਿੱਦਾਂ ਦਾ ਤੁਸੀਂ ਬਣਾਉਣਾ ਚਾਹੁੰਦੇ ਸੀ। ਸ਼੍ਰੀ ਗੁਰੂ ਅਮਰਦਾਸ ਜੀ ਕਹਿੰਦੇ ਨਹੀਂ ਜੇਠਿਆ ਥੜਾ ਤਿਆਰ ਹੋ ਗਿਆ, ਬਣ ਗਿਆ ਥੜਾ, ਬਿਲਕੁਲ ਸਹੀ ਬਣਿਆ ਹੈ ਥੜਾ। ਮੇਰੇ ਸਾਹਿਬ ਨੇ ਭਰੀ ਹੋਈ ਸੰਗਤ ਦੇ ਇਕੱਠ ਵਿੱਚ ਧੰਨ ਗੁਰੂ ਅਮਰਦਾਸ ਮਹਾਰਾਜ ਨੇ ਦੋਨਾਂ ਦਮਾਦਾਂ ਨੂੰ ਸੱਦਿਆ, ਪੁੱਤਰਾਂ ਨੂੰ ਸੱਦਿਆ ਤੇ ਸ਼੍ਰੀ ਗੁਰੂ ਅਮਰਦਾਸ ਮਹਾਰਾਜ ਜੀ ਨੇ ਕਿਹਾ ਭਾਈ ਇਹ ਜਿਹੜੀ 7 ਦਿਨ ਥੜੇ ਬਣਾਉਣ ਦੀ ਖੇਡ ਚੱਲਦੀ ਰਹੀ ਹੈ ਉਹ ਥੜਾ ਮਿੱਟੀ ਦਾ ਨਹੀਂ ਸੀ ਬਣਾਉਣਾ ਸੀ, ਇਹ ਤਾਂ ਕੇਵਲ ਪ੍ਰਤੀਕ ਸੀ। ਮਿੱਟੀ ਦੇ ਥੜੇ ਨੂੰ ਹੁਣ ਅਸੀਂ ਕੀ ਕਰਨਾ, ਅਸੀਂ ਤਾਂ ਅਕਾਲ ਪੁਰਖ ਵਾਹਿਗੁਰੂ ਦਾ ਸੱਦਾ ਆਉਣ ਵਾਲਾ ਹੈ, ਤੁਰ ਜਾਣਾ ਹੈ ਸਰੀਰਕ ਤੌਰ ਤੇ। ਜੋਤ ਅਸੀਂ ਟਿਕਾਣੀ ਸੀ ਗੁਰੂ ਨਾਨਕ ਦੇਵ ਜੀ ਦੀ, ਉਹ ਜੋਤ ਨੂੰ ਜਿੱਥੇ ਟਿਕਾਉਣਾ ਸੀ, ਜਿੱਥੇ ਜੋਤ ਨੇ ਬੈਠਣਾ ਸੀ, ਗੁਰੂ ਨਾਨਕ ਮਹਾਰਾਜ ਜੀ ਵਾਸਤੇ ਮੈਂ ਥੜਾ ਬਣਵਾਉਣਾ ਚਾਹੁੰਦਾ ਸੀ। ਗੁਰੂ ਨਾਨਕ ਦੀ ਜੋਤ ਜਿਸ ਤੇ
ਬੈਠਣੀ ਹੈ। ਉਹ ਥੜਾ ਪਈ ਭਾਈ ਜੇਠੇ ਦੇ ਹਿਰਦੇ 'ਚ ਤਿਆਰ ਹੋ ਗਿਆ। ਉਹ ਜੇਠੇ ਨੇ ਤਿਆਰ ਕਰ ਲਿਆ ਥੜਾ। ਗੁਰੂ ਨਾਨਕ ਮਹਾਰਾਜ ਜੀ ਦੀ ਜੋਤ ਹੁਣ ਭਾਈ ਜੇਠਾ ਵਿੱਚ ਟਿਕੇਗੀ। ਕਹਿਣ ਤੋਂ ਭਾਵ ਸੀ ਕਿ ਦੇਖੋ, ਭਾਈ ਜੇਠੇ ਨੇ ਆਪਣੇ ਅੰਦਰ ਗੁਰੂ ਮਹਾਰਾਜ ਜੀ ਦੀ ਕਿਰਪਾ ਦੇ ਨਾਲ ਗੁਣ ਧਾਰਨ ਕੀਤੇ, ਨਿਮਰਤਾ ਵਾਲੇ, ਪਿਆਰ ਵਾਲੇ, ਗੁਰੂ ਨੂੰ ਸਮਰਪਿਤ ਭਾਵਨਾ ਵਾਲੇ। ਉਹ ਗੁਰੂ ਦੇ ਇੰਨਾ ਕੁ ਨੇੜੇ ਹੋ ਗਿਆ ਕਿ ਗੁਰੂ ਨੇ ਗੁਰਤਾ ਗੱਦੀ ਹੀ ਬਖਸ਼ ਦਿੱਤੀ। ਰਾਮਾ ਉਹ ਸਭ ਕੁਝ ਜਾਣਦਿਆਂ ਹੋਇਆਂ ਵੀ ਪਰ ਫਿਰ ਵੀ ਆਪਣੀ ਗਲਤੀ ਨੂੰ ਮੰਨਦਾ ਨਹੀਂ ਹੈ। ਸਤਿਗੁਰੂ ਮਹਾਰਾਜ ਜੀ ਨੇ ਕਹਿੰਦੇ ਨੇ ਪਿਆਰਿਓ ਕਿ ਜਦੋਂ ਜੀਵ ਗੁਣ ਜਿੰਨੇ ਇਕੱਤਰ ਕਰੀ ਜਾਂਦਾ, ਚੰਗੇ ਸ਼ੁਭ ਗੁਣ, ਓਨਾ ਹੀ ਰੱਬ ਦੇ ਨੇੜੇ ਹੁੰਦਾ ਜਾਂਦਾ ਹੈ, ਔਗਣਾ ਕਰਕੇ ਦੂਰ ਹੁੰਦਾ ਜਾਂਦਾ ਹੈ। ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਅੱਜ ਦੇ ਪਾਵਨ ਪਵਿੱਤਰ ਸ਼ਬਦ ਵਿੱਚ ਇਹੀ ਬਖਸ਼ਿਸ਼ ਕਰ ਰਹੇ ਹਨ। ਸਾਹਿਬ ਕਹਿੰਦੇ ਨੇ ਆਪੇ ਜਗਤ ਉਪਾਏ ਕੈ ਗੁਣ ਅਵਗੁਣ ਕਰੇ ਵਿਚਾਰ। ਸਾਹਿਬ ਜੀ ਕਹਿੰਦੇ ਨੇ ਉਹਨੇ ਆਪ ਹੀ ਜਗਤ ਪੈਦਾ ਕੀਤਾ ਤੇ ਪਰਮਾਤਮਾ ਨੇ ਜਗਤ ਬਣਾ ਕੇ ਫਿਰ ਗੁਣਾ ਤੇ ਔਗੁਣਾ ਦੀ ਵਿਚਾਰ ਵੀ ਆਪ ਹੀ ਕਰਦਾ ਹੈ ਪਰਮਾਤਮਾ। ਚੰਗਿਆਈਆਂ ਬੁਰਿਆਈਆਂ ਵਾਚੈ ਧਰਮ ਹਦੂਰ। ਉਸ ਦੀ ਧਰਮ ਦੀ ਕਚਹਿਰੀ ਵਿੱਚ ਚੰਗਾ ਤੇ ਮੰਦਾ ਸਾਰਾ ਕੁਝ ਵਿਚਾਰਿਆ ਜਾਂਦਾ ਹੈ। ਧੰਨ ਗੁਰੂ ਨਾਨਕ ਦੇਵ ਜੀ ਕਹਿੰਦੇ ਨੇ ਗੁਣ ਤੇ ਔਗੁਣਾ ਦੀ ਵਿਚਾਰ ਪਰਮਾਤਮਾ ਆਪ ਕਰਦਾ ਹੈ। ਤ੍ਰੈ ਗੁਣ ਸਰਬ ਜੰਜਾਲ ਹੈ ਨਾਮ ਨ ਧਰੇ ਪਿਆਰ। ਸਾਹਿਬ ਜੀ ਕਹਿੰਦੇ ਤ੍ਰੈ ਗੁਣ ਦਾ ਭਾਵ ਹੈ ਰਜੋ ਤਮੋ ਤੇ ਸਤੋ ਦੇ ਵਿੱਚ ਜੀਵ ਜਿਹੜਾ ਹੈ ਇਹ ਫਸਿਆ ਰਹਿੰਦਾ ਹੈ, ਜਿਹਦਾ ਕਰਕੇ ਜੰਜਾਲ ਪੈ ਜਾਂਦੇ ਨੇ। ਨਾਮ ਨ ਧਰੈ ਪਿਆਰ, ਭਈ ਨਾਮ ਨਾਲ ਕਦੀ ਇਹ ਸਾਂਝ ਨਹੀਂ ਬਣਾਉਂਦਾ, ਨਾਮ ਦੇ ਨਾਲ ਕਦੀ ਆਪਣਾ ਪਿਆਰ ਨਹੀਂ ਬਣਾਉਂਦਾ। ਤੇ ਸਾਹਿਬ ਜੀ ਕਹਿੰਦੇ ਨੇ ਗੁਣ ਛੋੜ ਔਗਣ ਕਮਾਵੰਦੇ ਦਰਗਹਿ ਹੋਏ ਖੁਆਰ। ਖੁਆਰ ਮੈਨੇ ਹੁੰਦਾ ਹੈ ਕਿ ਸ਼ਰਮਿੰਦਿਆ ਹੋਣਾ, ਬੇਇੱਜ਼ਤ ਹੋਣਾ। ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਜੀ ਕਹਿੰਦੇ ਨੇ ਭਈ ਜਦੋਂ ਕੋਈ ਗੁਣ ਛੋੜ ਔਗਣ ਕਮਾਵਦੇ, ਜਦੋਂ ਜੀਵ ਗੁਣ ਛੱਡ ਕੇ ਔਗਣਾਂ ਨੂੰ ਇਕੱਤਰ ਕਰਦਾ ਹੈ ਫਿਰ ਕੀ ਹੁੰਦਾ ਹੈ? ਦਰਗਹਿ ਹੋਏ ਖੁਆਰ। ਫਿਰ ਭਈ ਪ੍ਰਭੂ ਦੇ ਦਰਬਾਰ ਵਿੱਚ ਖੁਆਰ ਹੋਣਾ ਪੈਂਦਾ। ਬਾਬਾ ਫਰੀਦ ਸਾਹਿਬ ਜੀ ਨੇ ਸਾਨੂੰ ਸੁਚੇਤ ਕਰਦਿਆਂ ਹੋਇਆਂ ਇੱਕ ਭਜਨ ਕੀਤਾ ਹੈ। ਬਾਬਾ ਫਰੀਦ ਸਾਹਿਬ ਜੀ ਕਹਿੰਦੇ ਫਰੀਦਾ ਜਿੰਨੀ ਕਮੀ ਨਾਹੇ ਗੁਣ। ਬਾਬਾ ਫਰੀਦ ਸਾਹਿਬ ਕਹਿੰਦੇ ਜਿਸ ਕੰਮ ਦੇ ਵਿੱਚ ਕੋਈ ਗੁਣ ਹੀ ਨਹੀਂ ਹੈ, ਜਿਸ ਕੰਮ ਦੇ ਵਿੱਚ ਕੋਈ ਚੰਗਾ ਕਰਮ ਹੀ ਨਹੀਂ ਹੈ, ਤੇ ਬਾਬਾ ਫਰੀਦ ਸਾਹਿਬ ਜੀ ਕਹਿੰਦੇ ਤੇ ਕਮੜੇ ਵੇਸਾਰ। ਛੱਡ ਦੇ ਉਸ ਕੰਮ ਨੂੰ, ਤਿਆਗ ਦੇ ਉਸ ਕੰਮ ਨੂੰ ਜਿਸ ਕੰਮ ਦੇ ਵਿੱਚ ਕੋਈ ਚੰਗਾ ਕਰਮ ਨਹੀਂ, ਕੋਈ ਭਲਾਈ ਨਹੀਂ ਹੈ, ਜਿਹਦੇ 'ਚ ਕੋਈ ਚੰਗੀ ਸਿੱਖਿਆ ਹੀ ਨਹੀਂ ਮਿਲਦੀ। ਬਾਬਾ ਫਰੀਦ ਸਾਹਿਬ ਜੀ ਕਹਿੰਦੇ ਛੱਡ ਦੇ ਉਸ ਕੰਮ ਨੂੰ। ਫਰੀਦਾ ਜਿੰਨੀ ਕਮੀ ਨਾਹੇ ਗੁਣ ਤੇ ਕਮੜੇ ਵੇਸਾਰ। ਮਤ ਸ਼ਰਮਿੰਦਾ ਥੀਵਈ ਸਾਈਂ ਦੇ ਦਰਬਾਰ। ਸਾਈਂ ਦੇ ਦਰਬਾਰ ਵਿੱਚ ਤੈਨੂੰ ਸ਼ਰਮਿੰਦਿਆ ਨਾ ਹੋਣਾ ਪਵੇ, ਇਸ ਕਰਕੇ ਉਹ ਕਰਮ ਤਿਆਗ ਦੇ, ਉਹ ਕਰਮ ਛੱਡ ਦੇ ਜਿਸ ਕੰਮ ਦੇ ਵਿੱਚ ਕੋਈ ਗੁਣ ਨਹੀਂ ਹੈ। ਤੋ ਸਾਹਿਬ ਜੀ ਕਹਿੰਦੇ ਨੇ ਗੁਣ ਛੋੜ, ਜਿਨ੍ਹਾਂ ਨੇ ਭਈ ਚੰਗੇ ਕੰਮ ਛੱਡ ਦਿੱਤੇ ਨੇ, ਔਗਣ ਕਮਾਵੰਦੇ, ਔਗਣ ਹੀ ਕਮਾਈ ਜਾਂਦੇ ਹਨ। ਦਰਗਹਿ ਹੋਏ ਖੁਆਰ, ਪ੍ਰਭੂ ਦੇ ਦਰਬਾਰ ਵਿੱਚ ਉਹਨਾਂ ਨੂੰ ਖੁਆਰ ਹੋਣਾ ਪੈਂਦਾ ਹੈ। ਸਾਹਿਬ ਕਹਿੰਦੇ ਜੂਐ ਜਨਮ ਤਿਨੀ ਹਾਰਿਆ ਕਿਤ ਆਏ ਸੰਸਾਰ। ਕੀ ਲਾਭ ਹੋਇਆ ਉਹਨਾਂ ਦਾ ਸੰਸਾਰ ਉੱਤੇ ਆਉਣ ਦਾ? ਉਹਨਾਂ ਤੇ ਆਪਣੀ ਜ਼ਿੰਦਗੀ ਜਵਾਨੀ ਨੂੰ, ਆਪਣੇ ਜੀਵਨ ਨੂੰ ਜੂਏ ਦੀ ਬਾਜੀ ਵਾਂਗੂ ਹਾਰ ਦਿੱਤਾ। ਆਪਣੀ ਜ਼ਿੰਦਗੀ ਦੀ ਇੰਨੀ ਸੋਹਣਾ ਜਿਹੜਾ ਕੀਮਤੀ ਹੀਰਿਆਂ ਵਰਗਾ ਮਿਲਿਆ, ਕੌਡੀਆਂ ਦੇ ਬਦਲੇ ਤੋੜ ਦਿੱਤਾ। ਭਾਵ ਕਿ ਉਹ ਜੂਏ ਵਿੱਚ ਜਿਵੇਂ ਕੋਈ ਹਾਰ ਜਾਂਦਾ ਜੀਵ, ਇਸ ਤਰ੍ਹਾਂ ਉਸ ਮਨੁੱਖ ਦੀ ਜਿਹੜੀ ਇਹ ਜ਼ਿੰਦਗੀ ਹੈ ਉਹ ਸਤਿਗੁਰੂ ਮਹਾਰਾਜ ਜੀ ਕਹਿੰਦੇ ਜੂਏ ਵਿੱਚ ਵਾਂਗੂ ਹਾਰ ਗਈ। ਕਿਤੇ ਆਏ ਸੰਸਾਰ, ਕੀ ਲਾਭ ਹੋਇਆ ਉਹਨਾਂ ਦਾ ਇਸ ਸੰਸਾਰ ਉੱਤੇ ਆਉਣ ਦਾ? ਸੱਚਾ ਸ਼ਬਦ ਮਨ ਮਾਰਿਆ ਅਹਨਿਸ ਨਾਮ ਪਿਆਰ। ਜਿਨ੍ਹਾਂ ਨੇ ਸੱਚੇ ਸ਼ਬਦ ਦੇ ਰਾਹੀਂ ਆਪਣੇ ਮਨ ਨੂੰ ਮਾਰ ਲਿਆ ਹੈ। ਮਾਰਨ ਤੋਂ ਭਾਵ ਹੈ ਜਿਵੇਂ ਸਾਹਿਬ ਜੀ ਦੇ ਹੋਰ ਵੀ ਬਚਨ ਨੇ ਗੁਰਬਾਣੀ ਵਿੱਚ, ਸ਼ਬਦ ਮਰੋ ਫਿਰ ਜੀਵੋ ਸਦ ਹੀ ਤਾਂ ਫਿਰ ਮਰਨ ਨਾ ਹੋਈ। ਸਾਹਿਬ ਜੀ ਕਹਿੰਦੇ ਮਨ ਨੂੰ ਮਾਰ ਲਓ ਉਸ ਬੰਨੇ ਤੋਂ। ਕਿਸ ਬੰਨੇ ਤੋਂ? ਜਿਹੜੇ ਬੁਰੇ ਪਾਸੇ ਹਨ ਉਧਰਲੇ ਬੰਨੇ ਮਨ ਨੂੰ ਮਾਰੋ ਤੇ ਚੰਗੇ ਵਾਲੇ ਬੰਨੇ ਮਨ ਲਾ ਲਵੋ। ਅੱਗੇ ਵੀ ਇੱਕ ਦਿਨ ਸ਼ਾਇਦ ਇਹ ਮੈਂ ਵਿਚਾਰ ਰੱਖੀ ਸੀ ਕਿ ਬਾਬਾ ਜੱਲਨ ਨਾਲ ਸੰਬੰਧਿਤ ਇਹ ਸ਼ਬਦ ਹੈ ਕਿ ਜਦੋਂ ਖੇਤਾਂ 'ਚ ਕੰਮ ਕਰਦੇ ਸਨ ਤੇ ਕਿਸੇ ਨੇ ਪੁੱਛ ਲਿਆ ਬਾਬੇ ਜੱਲਨ ਨੂੰ ਕਿ ਬਾਬਾ ਜੀ ਰੱਬ ਦਾ ਪਾਉਣਾ ਕਿੰਨਾ ਕੁ
ਔਖਾ ਹੈ। ਤੇ ਉਹਨਾਂ ਨੇ ਕਿਹਾ ਸੀ ਰੱਬ ਦਾ ਕੀ ਪਾਉਣਾ, ਇੱਧਰੋਂ ਪੁੱਟਣਾ ਤੇ ਇੱਧਰ ਲਾਉਣਾ। ਜਿਵੇਂ ਇੱਕ ਬੰਨੇ ਤੋਂ ਅਸੀਂ ਪਨੀਰੀ ਪੁੱਟ ਦਿੰਦੇ ਹਾਂ, ਦੂਜੇ ਬੰਨੇ ਜਾ ਕੇ ਲਾ ਦਿੰਦੇ ਹਾਂ। ਬੂਟਾ ਇੱਕ ਬੰਨੇ ਪੁੱਟਿਆ, ਦੂਜੇ ਬੰਨੇ ਜਾ ਕੇ ਲਾ ਦਿੱਤਾ, ਪਰ ਇਹ ਹੈ ਹੀ ਪੁੱਟ ਕੇ ਲਾਉਣਾ ਔਖਾ ਕੰਮ ਹੈ। ਸਤਿਗੁਰੂ ਮਹਾਰਾਜ ਕਹਿੰਦੇ ਜਿਨ੍ਹਾਂ ਨੇ ਆਪਣੇ ਮਨ ਨੂੰ ਸ਼ਬਦ ਦੁਆਰਾ ਬੁਰਾਈਆਂ ਵਾਲੇ ਬੰਨਿਓ ਮਾਰ ਲਿਆ ਹੈ, ਅਹਨਿਸ ਨਾਮ ਪਿਆਰ, ਅਹਨਿਸ ਦਾ ਮਤਲਬ ਹੁੰਦਾ ਦਿਨ ਰਾਤ, ਉਹ ਫਿਰ ਦਿਨ ਰਾਤ ਆਪਣੇ ਮਨ ਨੂੰ ਪ੍ਰਭੂ ਪਰਮਾਤਮਾ ਦੇ ਪਿਆਰ ਵਿੱਚ ਜਿਹੜੇ ਜੀਵ ਲਾ ਲੈਂਦੇ ਨੇ, ਉਹਨਾਂ ਬਾਰੇ ਧੰਨ ਗੁਰੂ ਨਾਨਕ ਸਾਹਿਬ ਜੀ ਕਹਿ ਰਹੇ ਨੇ, ਜਿਨੀ ਪੁਰਖੀ ਉਰ ਧਾਰਿਆ ਸੱਚਾ ਅਲਖ ਅਪਾਰ। ਜਿਨ੍ਹਾਂ ਪੁਰਖਾਂ ਨੇ, ਜਿਨ੍ਹਾਂ ਜੀਵਾਂ ਨੇ ਉਰ ਹਿਰਦਾ ਧਾਰਿਆ, ਮੈਨੇ ਟਕਾ ਲਿਆ, ਜਿਨ੍ਹਾਂ ਜੀਵਾਂ ਨੇ ਆਪਣੇ ਹਿਰਦੇ ਵਿੱਚ ਪ੍ਰਭੂ ਪਰਮਾਤਮਾ ਉਹ ਜਿਹੜਾ ਸੱਚਾ ਹੈ, ਜਿਹਦਾ ਪਾਰਾਵਾਰ ਨਹੀਂ ਪਾਇਆ ਜਾ ਸਕਦਾ, ਜਿਹਨੂੰ ਲਖਿਆ ਨਹੀਂ ਜਾ ਸਕਦਾ, ਉਸ ਪ੍ਰਭੂ ਪਰਮਾਤਮਾ ਨੂੰ ਜਿਨ੍ਹਾਂ ਜੀਵਾਂ ਨੇ ਆਪਣੇ ਹਿਰਦੇ ਦੇ ਅੰਦਰ ਜਾਣ ਲਿਆ, ਜਿਨ੍ਹਾਂ ਨੇ ਸਾਂਝ ਪਾ ਲਈ ਆਪਣੇ ਹਿਰਦੇ ਵਿੱਚ ਉਸ ਪ੍ਰਭੂ ਪਰਮਾਤਮਾ ਦੇ ਨਾਲ, ਤੇ ਉਹਨਾਂ ਬਾਰੇ ਧੰਨ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਕਹਿੰਦੇ ਉਹ ਦਿਨ ਰਾਤ ਫਿਰ ਪ੍ਰਭੂ ਪਰਮਾਤਮਾ ਦੇ ਪਿਆਰ ਵਿੱਚ ਲੱਗੇ ਰਹਿੰਦੇ ਹਨ। ਤੂੰ ਗੁਣ ਦਾਤਾ ਨਿਧਾਨ ਹੈ, ਹੇ ਵਾਹਿਗੁਰੂ ਤੂੰ ਗੁਣਾਂ ਦਾ ਦਾਤਾ ਹੈ, ਤੂੰ ਭਰਪੂਰ ਹੈ ਗੁਣਾਂ ਦੇ ਨਾਲ, ਤੇਰੇ ਵਿੱਚ ਗੁਣ ਹੀ ਗੁਣ ਨੇ ਸਾਰੇ। ਤੇ ਸਾਹਿਬ ਕਹਿੰਦੇ ਅਸੀਂ ਅਵਗਣਿਆਰ, ਧੰਨ ਗੁਰੂ ਨਾਨਕ ਦੇਵ ਜੀ ਕਹਿੰਦੇ ਅਸੀਂ ਹੀ ਅਵਗੁਣਾਂ ਦੇ ਭਰੇ ਆ, ਤੂੰ ਤੇ ਪਰਮਾਤਮਾ ਗੁਣਾਂ ਨਾਲ ਭਰਪੂਰ ਹੈ। ਗੁਰੂ ਨਾਨਕ ਸਾਹਿਬ ਦੇ ਹੋਰ ਵੀ ਬਚਨ ਨੇ, ਸਾਹਿਬ ਜੀ ਕਹਿੰਦੇ ਨੇ ਗੱਲੀ ਅਸੀਂ ਚੰਗੀਆਂ, ਆਚਾਰੀ ਬੁਰੀਆਂ, ਮਨੋ ਕੁਸੁੱਧਾਂ ਕਾਲੀਆਂ, ਬਾਹਰ ਚਿੱਟਵੀਆਂ, ਰੀਸਾਂ ਕਰੇ ਤਨਾੜੀਆਂ, ਜੋ ਸੇਵੈ ਦਰ ਖੜੀਆਂ। ਬਾਣੀ ਵਿੱਚ ਹੋਰ ਵੀ ਬਚਨ ਨੇ, ਅਸੀਂ ਖਤੇ ਬਹੁਤ ਕਮਾਵਦੇ, ਅੰਤ ਨ ਪਾਰਾਵਾਰ, ਹਰ ਕਿਰਪਾ ਕਰਕੇ ਬਖਸ਼ ਲਿਓ, ਹਮ ਪਾਪੀ ਵੱਡ ਗੁਨਾਹਗਾਰ। ਇੱਥੇ ਬਾਣੀ ਵਿੱਚ ਇਹ ਵੀ ਬਚਨ ਆਉਂਦੇ ਨੇ ਕਿ ਜੇਤਾ ਸਮੁੰਦ ਸਾਗਰ ਨੀਰ ਭਰਿਆ, ਤੇਤੇ ਔਗਣ ਹਮਾਰੇ, ਦਇਆ ਕਰੋ ਕਿਸ਼ਮੇਰ ਪਾਵੋ ਡੁੱਬਦੇ ਪੱਥਰ ਤਾਰੇ। ਇੱਕ ਅਰਦਾਸ ਰੂਪ ਦੇ ਵਿੱਚ ਜੀਵ ਨੇ ਕਹਿਣਾ ਹੈ। ਭਾਈ ਗੁਰਦਾਸ ਜੀ ਕਹਿੰਦੇ ਨੇ ਕਦੀ ਆ ਕੇ ਗੁਰੂ ਨੂੰ ਇਹ ਕਹੀਏ ਕਿ ਹਉ ਅਪਰਾਧੀ ਗੁਨਹਗਾਰ, ਹਉ ਬੇਮੁਖ ਮੰਦਾ, ਚੋਰ ਯਾਰ ਜੁਆਰ ਹੂੰ, ਪਰ ਕਰ ਜੋ ਹੰਦਾ, ਕਾਮ ਕ੍ਰੋਧ ਮਦ ਲੋਭ ਮੋਹ ਅਹੰਕਾਰ ਕਰੰਦਾ, ਵਿਸ਼ਵਾਸ ਘਾਤੀ ਅਕਿਰਤ ਘਨ ਮੈਂ ਕੋ ਨਾ ਰਹੰਦਾ, ਸਿਮਰ ਮਰੀਦਾ ਢਾਡੀਆ ਸਤਿਗੁਰ ਬਖਸ਼ੰਦਾ। ਵੀ ਗੁਰੂ ਦੇ ਚਰਨਾਂ 'ਚ ਆ ਕੇ ਕਹੀਏ ਕਿ ਕੂਪ ਭਰਿਓ ਜੈਸੇ ਦਾਦਰਾ, ਕਛ ਦੇਸ਼ ਵਿਦੇਸ਼ ਨ ਬੂਝ, ਐਸੇ ਮੇਰਾ ਮਨ ਵਿਖਿਆ ਬਮੋਹਿਆ, ਕਛ ਆਰਾ ਪਾਰ ਨਾ ਸੂਝ। ਹੇ ਵਾਹਿਗੁਰੂ ਜੀ ਅਸੀਂ ਹੀ ਔਗੁਣਾਂ ਦੇ ਭਰੇ ਪਏ ਹਾਂ, ਤੁਸੀਂ ਗੁਣਾਂ ਨਾਲ ਭਰਪੂਰ ਜੇ। ਸਾਹਿਬ ਜੀ ਕਹਿੰਦੇ ਇਸ ਤਰ੍ਹਾਂ ਕਰਕੇ ਜਦੋਂ ਕੋਈ ਬੇਨਤੀ ਕਰਦਾ ਗੁਰੂ ਚਰਨਾਂ ਵਿੱਚ ਕਿ ਤੂੰ ਗੁਣ ਦਾਤਾ ਨਿਧਾਨ ਹੈ, ਤੋ ਗੁਣਾਂ ਦਾ ਖਜ਼ਾਨਾ ਹੈ ਪਰਮਾਤਮਾ ਜੀਓ, ਅਸੀਂ ਅਵਗੁਣਿਆਰ, ਅਸੀਂ ਔਗੁਣਾਂ ਦੇ ਭਰੇ ਪਏ ਹਾਂ। ਜਿਸ ਬਖਸ਼ੇ ਸੋ ਪਾਏ ਸੀ, ਗੁਰ ਸ਼ਬਦੀ ਵਿਚਾਰ, ਜਿਨ੍ਹਾਂ 'ਤੇ ਪਰਮਾਤਮਾ ਕਿਰਪਾ ਕਰ ਦੇਵੇ, ਜਿਨ੍ਹਾਂ 'ਤੇ ਪਰਮਾਤਮਾ ਆਪਣੀ ਬਖਸ਼ਿਸ਼ ਕਰ ਦੇਵੇ, ਜਿਨ੍ਹਾਂ ਉੱਤੇ ਆਪਣੀ ਨਿਗਾਹ ਕਰ ਦੇਵੇ, ਧੰਨ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਕਹਿੰਦੇ ਉਹ ਫਿਰ ਸ਼ਬਦ ਦੀ ਵਿਚਾਰ ਰਾਹੀਂ ਆਪਣੇ ਇਸ ਮਨ ਨੂੰ ਮਾਰ ਲੈਂਦੇ ਨੇ ਬੁਰਾਈਆਂ ਵਾਲੇ ਬੰਨੇ, ਔਗੁਣਾਂ ਵਾਲੇ ਪਾਸੇ ਤੋਂ, ਤੇ ਗੁਣ ਇਕੱਤਰ ਕਰਕੇ ਪ੍ਰਭੂ ਦੇ ਜੀਵ ਫਿਰ ਨੇੜੇ ਹੋ ਜਾਂਦਾ ਹੈ। ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਅੱਜ ਦੇ ਪਾਵਨ ਪਵਿੱਤਰ ਸ਼ਬਦ ਰਾਹੀਂ ਇਹੀ ਸਾਨੂੰ ਸਿੱਖਿਆ ਦਿੱਤੀ ਹੈ ਕਿ ਭਾਈ ਵੱਧ ਤੋਂ ਵੱਧ ਚੰਗੇ ਕਰਮ, ਸ਼ੁਭ ਗੁਣ ਇਹ ਜੀਵ ਆਪਣੇ ਜੀਵਨ ਦੇ ਵਿੱਚ ਵੱਧ ਤੋਂ ਵੱਧ ਇਕੱਤਰ ਕਰੇ, ਜਿੰਨੇ ਵੀ ਇਕੱਠੇ ਕੀਤੇ ਜਾਂਦੇ ਹੈ। ਐਸਾ ਨਾ ਹੋਵੇ ਕਿ ਲੋਕ ਅਵਗੁਣਾ ਕੀ ਬੰਨੇ ਗੰਠੜੀ, ਗੁਣ ਨਾ ਵਿਹਾਜੈ ਕੋਏ। ਵੀ ਗੁਣਾਂ ਦਾ ਇਹ ਨਾ ਹੋਵੇ ਕਿ ਅਸੀਂ ਗੁਣਾਂ ਵਾਲੇ ਬੰਨੇ ਤੋਂ ਖਾਲੀ ਤੇ ਔਗੁਣਾਂ ਵਾਲੇ ਦੀਆਂ ਔਗੁਣਾਂ ਦੀਆਂ ਪੰਡਾਂ ਬੰਨ੍ਹ ਕੇ ਨਾ ਤੁਰ ਜਾਈਏ। ਇਸ ਕਰਕੇ ਔਗੁਣਾਂ ਦੀਆਂ ਪੰਡਾਂ ਜਿਹੜੀਆਂ ਨੇ ਉਹ ਰੱਦ ਕਰੀਏ, ਔਗੁਣਾਂ ਵਾਲੇ ਬੰਨਿਆਂ ਦਾ ਪਾਸਾ ਖਾਲੀ ਰਹਿ ਜਾਵੇ, ਗੁਣਾਂ ਵਾਲਾ ਪਾਸਾ ਭਰਪੂਰ ਹੋਵੇਗਾ। ਫਿਰ ਪ੍ਰਭੂ ਦੇ ਦਰਬਾਰ ਵਿੱਚ ਮਨੁੱਖ ਨੂੰ ਮਾਨ, ਇੱਜ਼ਤ, ਵਡਿਆਈ, ਸ਼ੋਭਾ ਮਿਲਦੀ ਹੈ। ਸਤਿਗੁਰੂ ਗਰੀਬ ਨਿਵਾਜ ਪਾਤਸ਼ਾਹ ਕਿਰਪਾ ਕਰਨ। ਗੁਰੂ ਚਰਨਾਂ 'ਚ ਸਾਰੇ ਮਿਲ ਕੇ ਇਹੀ ਅਰਦਾਸ ਕਰੀਏ ਜਿਹੜੀ ਰੋਜ਼ਾਨਾ ਪਟ ਸਾਹਿਬਾਨ ਸਾਨੂੰ ਕਰਕੇ ਸੁਣਾਉਂਦੇ ਨੇ ਕਿ ਹਮ ਅਵਗੁਣ ਭਰੇ ਏਕ ਗੁਣ ਨਾਹੀ, ਅੰਮ੍ਰਿਤ ਛਾੜ ਵਿਖੈ ਵਿਖ ਖਾਹੀ, ਮਾਇਆ ਮੋਹ ਭਰਮ ਪੈ ਭੂਲੇ, ਸੁਤ ਦਾਰਾ ਸੋ ਪ੍ਰੀਤ ਲਗਾਈ। ਇੱਕ ਉਤਮ ਪੰਥ ਸੁਣਿਓ ਗੁਰ ਸੰਗਤ, ਤਹ ਮਿਲੰਤ ਜਮ ਤਰਾਸ ਮਿਟਾਈ। ਇੱਕ ਅਰਦਾਸ ਭਾਟ ਕੀਰਤ ਕੀ, ਗੁਰ ਰਾਮਦਾਸ
ਰਾਖੋ ਸ਼ਰਨਾਈ। ਸਤਿਗੁਰੂ ਕਿਰਪਾ ਕਰਨ ਗਰੀਬ ਨਵਾਜ ਪਾਤਸ਼ਾਹ ਮਹਾਰਾਜ ਜੀ ਸ਼ਬਦ ਵਿਚਾਰ ਕਰਦਿਆਂ ਬੇਅੰਤ ਪ੍ਰਕਾਰ ਦੀਆਂ ਭੁੱਲਾਂ ਟੁੱਟਾਂ ਹੋ ਗਈਆਂ। ਸਤਿਗੁਰੂ ਜੀ ਤੇ ਸਾਧ ਸੰਗਤ ਬਖਸ਼ਣ ਯੋਗ ਹੈ। ਭੁੱਲ ਚੁੱਕ ਦੀ ਖਿਮਾ ਅਗਾਂਹ ਵਾਸਤੇ ਸਤਿਗੁਰੂ ਸਮਤ ਬਖਸ਼ਿਸ਼ ਕਰਨ। ਪਿਆਰ ਸਹਿਤ ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।